ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। माटी का क्या तोपै स्वामी, मानस की गत एही। रे मन राम स्यो कर प्रीत, श्रवण गोबिंद गुण सुनो, अर गाओ रसना गीत। कर साध संगत सिमर माधो, होहे पतित पुनीत। काल ब्याल जो परयो डोले, मुख पसारे मीत। आज काल फुन तोहे ग्रस है, समझ रखो चीत। कहे नानक राम भज ले, कहे नानक राम भज ले। जाते अवसर बीत, जो बन जांदे ना डरा, जे सह प्रीत न जाए। फरीदा किती जो बन प्रीत बिन, सुक गए कुमलाए। बाल जुआनी अर बिरद फुन, तीन अवस्था जान। कहो नानक हर भजन बिन, बिरथा सब ही मान। बेसुमार अथाह अगनत तोलै, जो बुलावो त्यो नानक दास बोले। सतनाम वाहिगुरु साहिब जी। कबीर कागद की ओबरी, मस के कर्म कपाट। पाहन बोरी प्रथमी, पंडित पाड़ी बाट। कबीर काल करंता अब हे कर, अब करता सोए ताल। पाछै कछु न होएगा, जो सिर पर आवे काल। पाछै कछु न होएगा, जो सिर पर आवे काल। वाहिगुरु जी का खालसा, वाहिगुरु जी की फतेह।
ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਸਤਸੰਗਤ ਰੂਪ ਟਕਸਾਲ ਦੇ ਵਿੱਚ ਸ਼ਬਦ ਦੇ ਨਾਲ ਜੁੜ ਕੇ ਸਾਧਨਾ ਕਰਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਦੀ ਗੁਰੂ ਬਖਸ਼ਿਸ਼ ਦੇ ਨਾਲ ਗੁਰਮੁਖਾਂ ਵਾਲੀ ਘਾੜਤ ਘੜਨ ਦਾ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਆਪ ਜੀ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਨਿਰਮਲ ਯਤਨ ਕਰ ਰਹੇ ਸੀ। ਪਾਵਨ ਬਾਣੀ ਦੀ ਰੱਬੀ ਕੀਰਤਨ ਦੁਆਰਾ ਆਪਣੇ ਹਿਰਦਿਆਂ ਵਿੱਚ ਅੰਮ੍ਰਿਤ ਰਸ ਸੰਚਿਤ ਕਰਕੇ ਨਿਹਾਲ ਹੋ ਰਹੇ ਸੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰਦੇ ਹੋ। ਸਰਲ ਸ਼ਬਦਾਂ ਦੇ ਵਿੱਚ ਆਖਣਾ ਹੋਵੇ ਤਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਵਾਹ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਪਾਸ ਬੈਠ ਕੇ ਉਹਨਾਂ ਦੇ ਪਵਿੱਤਰ ਗਿਆਨਮਈ ਉਪਦੇਸ਼ ਨੂੰ ਅਸੀਂ ਪ੍ਰਾਪਤ ਕਰਨ ਦਾ ਮੰਨਣ ਦਾ ਯਤਨ ਕਰਦੇ ਹਾਂ ਜੀ। ਪਾਵਨ ਬਾਣੀ ਦੀ ਵਿਚਾਰ ਦੇ ਨਾਲ ਲੜੀਵਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ 2 ਸ਼ਲੋਕਾਂ ਦੇ ਵਿੱਚ ਸਾਨੂੰ ਅਧਿਆਤਮਿਕਤਾ ਦਾ ਅਸਲ ਤੱਥ ਸਮਝਾਉਂਦਿਆਂ ਹੋਇਆਂ ਸੁਚੇਤ ਕੀਤਾ ਹੈ ਕਿ ਜੋ ਪੂਜਾ ਦੇ ਵਿਧਾਨ ਜਾਂ ਜਿਹੜੇ ਬਾਹਰਮੁਖੀ ਕਰਮਕਾਂਡੀ ਕਰਮ ਕਹੇ ਜਾਂਦੇ ਹਨ ਉਹ ਮਨੁੱਖ ਦੇ ਅਸਲ ਅਧਿਆਤਮਿਕ ਵਿਕਾਸ ਵਿੱਚ ਸਹਾਇਕ ਨਹੀਂ ਹੁੰਦੇ। ਇਸ ਕਰਕੇ ਮਾਨਠ ਕਰਮ ਕਰਕੇ ਮੂਰਤੀ ਪੂਜਾ ਦੇ ਕਰਮ ਕਰਨੇ, ਤੀਰਥਾਂ ਦਾ ਭ੍ਰਮਣ ਕਰਨਾ ਜਾਂ ਇਸੇ ਪ੍ਰਕਾਰ ਸਾਲਗ੍ਰਾਮ ਠਾਕੁਰ ਆਦਿਕ ਨੂੰ ਪਰਮੇਸ਼ਰ ਦੀ ਸੰਗਿਆ ਦੇ ਕੇ ਸਰਵਉੱਚ ਮੰਨਣਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੇ ਅਗਿਆਨਮਈ ਕਰਮ ਹਨ। ਅਸਲ ਦੇ ਵਿੱਚ ਕਿਉਂਕਿ ਕੱਲ੍ਹ ਵੀ ਵਿਚਾਰ ਦੇ ਅੰਤਰਗਤ ਜ਼ਿਕਰ ਹੋਇਆ ਸੀ ਕਿ ਜਦੋਂ ਮਨੁੱਖ ਨੂੰ ਅਧਿਆਤਮਿਕਤਾ ਦੇ ਵਿੱਚ ਆਪਣੇ ਸਵੈ ਦੀ ਪਛਾਣ ਕਰਨੀ ਹੈ ਅਤੇ ਸਵੈ ਦੀ ਪਛਾਣ ਕਰਨ ਦੇ ਲਈ ਅੰਦਰ ਪਰਤਣਾ ਪਏਗਾ, ਆਪਣੇ ਅੰਦਰੂਨੀ ਜੀਵਨ ਨੂੰ ਵਾਚਣਾ ਪਏਗਾ। ਅਤੇ ਜੇ ਜੀਵਨ ਅੰਦਰੂਨੀ ਹੈ ਤਾਂ ਫਿਰ ਸਾਧਨਾ ਵੀ ਅੰਤਰਮੁਖੀ ਹੀ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਪਹਿਲੇ 2 ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅਸਲ ਤੱਥ ਸਮਝਾਉਂਦਿਆਂ ਹੋਇਆਂ ਕਿ ਮਨੁੱਖ ਪਰਮ ਮੂਰਤ ਨੂੰ ਆਪਣੇ ਨਕਸ਼ ਅੰਦਰ ਵਸਾ ਕੇ ਉਹਦਾ ਹਰ ਵੇਲੇ ਹਾਜ਼ਰਾ ਹਜ਼ੂਰ ਅਭਿਆਸ ਕਰਕੇ ਅਤੇ ਉਹਦੀ ਸਿਫਤ ਦੇ ਨਾਲ ਆਪਣੇ ਜੀਵਨ ਦੇ ਮਕਸਦ ਨੂੰ ਜੋੜ ਕੇ ਆਪਣੇ ਜੀਵਨ ਦੀ ਪਰਮ ਸਫਲਤਾ ਪ੍ਰਾਪਤ ਕਰੇ। ਹੁਣ ਪਹਿਲੇ 2 ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਮੂਰਤੀ ਪੂਜਾ ਦਾ ਨਿਸ਼ੇਧ ਕੀਤਾ ਹੈ, ਉਸ ਤੋਂ ਇਨਕਾਰ ਕੀਤਾ ਹੈ। ਤਾਂ ਹੁਣ ਸੁਭਾਵਿਕ ਹੈ ਜਿਹੜੇ ਇਸ ਕਰਮ ਦੇ ਨਾਲ ਜੁੜੇ ਨੇ ਜਾਂ ਇਸ ਕਰਮ ਨੂੰ ਪ੍ਰਮੁੱਖ ਮੰਨਦੇ ਨੇ, ਸਰਵਉੱਚ ਮੰਨਦੇ ਨੇ, ਉਹਨਾਂ ਦਾ ਵੀ ਇਤਰਾਜ਼ ਹੋਏਗਾ ਕਿ ਅਸੀਂ ਕੋਈ ਗਲਤ ਨਹੀਂ ਕਰਦੇ। ਅਸਲ ਦੇ ਵਿੱਚ ਇਹ ਇੱਕ ਵਿਧਾਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਜਦੋਂ ਉਹ ਲੋਕ ਇਸ ਸੰਬੰਧੀ ਆਪਣਾ ਇਤਰਾਜ਼ ਜਾਂ ਆਪਣਾ ਪੱਖ ਪੇਸ਼ ਕਰਦੇ ਹਨ ਕਿ ਅਸੀਂ ਤਾਂ ਵੇਦਾਂ ਦੀ ਰੀਤ ਨੂੰ ਦ੍ਰਿੜ ਕਰ ਰਹੇ ਹਾਂ, ਵੇਦਾਂ ਦੇ ਵਿੱਚ ਇਹ ਉੱਤਮ ਕਰਮ ਕਰਕੇ ਲਿਖੇ ਗਏ ਹਨ, ਤਦ ਭਗਤ ਕਬੀਰ ਸਾਹਿਬ ਜੀ ਉਹਨਾਂ ਲੋਕਾਂ ਦੇ ਇਸ ਪੱਖ ਦਾ ਕਿ ਅਸੀਂ ਤਾਂ ਵੇਦਾਂ ਅਨੁਸਾਰ ਕਰਮ ਕਰ ਰਹੇ ਹਾਂ, ਚਾਹੇ ਤੀਰਥ ਯਾਤਰਾ ਹੈ, ਚਾਹੇ ਮੂਰਤੀ ਪੂਜਾ ਦਾ ਕਰਮ ਹੈ, ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਉੱਤਰ ਰੂਪ ਦੇ ਵਿੱਚ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ। ਕਬੀਰ ਕਾਗਦ ਕੀ ਓਬਰੀ
ਮਸ ਕੇ ਕਰਮ ਕਪਾਟ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਜਿਹੜੇ ਵੇਦ ਸ਼ਾਸਤਰ ਤੁਹਾਡੇ ਕਥੇ ਜਾਂਦੇ ਹਨ, ਅਸਲ ਦੇ ਵਿੱਚ ਇਹ ਕਾਗਜ਼ ਦੀਆਂ ਕੋਠੜੀਆਂ ਵਾਂਗ ਹਨ, ਅਤੇ ਜਿਹੜੇ ਉੱਪਰ ਇਹਨਾਂ ਦੇ ਉੱਪਰ ਸਿਆਹੀ ਦੇ ਨਾਲ ਕਰਮ ਲਿਖੇ ਹੋਏ ਹਨ ਉਹ ਇੱਕ ਲੱਗੇ ਹੋਏ ਦਰਵਾਜ਼ਿਆਂ ਦੇ ਵਾਂਗ ਹਨ। ਅਤੇ ਪਾਹਨ ਬੋਰੀ ਪ੍ਰਿਥਵੀ, ਅਤੇ ਫਿਰ ਉਹਨਾਂ ਸਿਆਹੀ ਦੇ ਨਾਲ ਜਿਹੜੇ ਨਿਸ਼ਚਿਤ ਕਰਮ ਦ੍ਰਿੜ ਕਰਵਾਏ ਹਨ ਉਹ ਇੱਕ ਪੱਥਰ ਦੀ ਜੜਤਾ ਵਾਂਗ ਹਨ, ਜਿਹੜਾ ਉਹਨਾਂ ਕਰਮ ਕਾਂਡਾਂ ਦੇ ਸੁਭਾਵ ਨੂੰ ਧਾਰਨ ਕਰ ਲੈਂਦਾ ਹੈ ਉਹ ਫਿਰ ਜੀਵਨ ਦੇ ਅਸਲ ਮਕਸਦ ਤੋਂ ਖੁੰਝ ਜਾਂਦਾ ਹੈ। ਅਤੇ ਜਿਹੜਾ ਕੋਈ ਇਹਨਾਂ ਨੂੰ ਰੱਦ ਕਰਨ ਦਾ ਯਤਨ ਕਰਦਾ ਹੈ ਤੁਸੀਂ ਉਹਦੇ ਉੱਪਰ ਨਿੰਦਿਆ ਦੇ ਛੁਰੇ ਲੈ ਕੇ ਮਗਰ ਪੈ ਜਾਂਦੇ ਹੋ, ਉਹਦਾ ਤਿਰਸਕਾਰ ਕਰਦੇ ਹੋ ਕਿ ਇਹਨੂੰ ਧਰਮ ਦੀ, ਅਧਿਆਤਮਿਕਤਾ ਦੀ, ਬ੍ਰਹਮ ਦੀ ਕੋਈ ਸੂਝ ਨਹੀਂ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਤੁਹਾਡੇ ਵੇਦ ਸ਼ਾਸਤਰਾਂ ਦੇ ਜਿਹੜੇ ਕਰਮ ਹਨ, ਪਹਿਲਾਂ ਤਾਂ ਉਹ ਉਹਨਾਂ ਦਾ ਜਿਹੜਾ ਸਾਰਾ ਸਰੂਪ ਹੈ ਕਾਗਜ਼ ਦਾ ਉਹ ਇੱਕ ਕੋਠੜੀ ਵਾਂਗ ਹੈ, ਉਹਨਾਂ ਵਿੱਚ ਸਿਆਹੀ ਨਾਲ ਲਿਖੇ ਹੋਏ ਅੱਖਰ ਜਿਹੜੇ ਹਨ ਉਹ ਤਖਤਿਆਂ ਵਾਂਗ ਹਨ, ਅਤੇ ਉਹਨਾਂ ਵਿੱਚ ਜਿਹੜੇ ਨੇਮ ਬਣਾਏ ਗਏ ਹਨ ਉਹ ਪੱਥਰ ਦੀ ਜੜਤਾ ਵਾਂਗ ਹਨ। ਜਿਵੇਂ ਕਿਸੇ ਚੀਜ਼ ਨੂੰ ਡੁਬਾਉਣਾ ਹੋਵੇ ਅਤੇ ਉਹਦੇ ਨਾਲ ਪੱਥਰ ਬਣਦੀ ਹੈ, ਡੁੱਬ ਜਾਂਦੀ। ਇਸੇ ਪ੍ਰਕਾਰ ਜਿਹੜੇ ਕਰਮ ਹਨ ਉਹ ਕਰਮ ਐਸੇ ਹਨ ਜਿਹੜਾ ਉਹਨਾਂ ਨੂੰ ਧਾਰਨ ਕਰ ਲੈਂਦਾ ਹੈ। ਉਹ ਅਗਿਆਨ ਦੀ ਜਾਂ ਭਰਮ ਦੀ ਜਾਂ ਦੁਬਿਧਾ ਦੀ ਐਸੀ ਖਾਈ ਦੇ ਵਿੱਚ ਗਿਰ ਜਾਂਦਾ, ਉਹਨੂੰ ਜੀਵਨ ਦਾ ਮੁੜ ਕੇ ਦੂਜਾ ਮਕਸਦ ਹੀ ਸਮਝ ਨਹੀਂ ਆਉਂਦਾ। ਤਾਂ ਇਸ ਕਰਕੇ ਜਿਹੜਾ ਇਨਕਾਰ ਕਰਦਾ ਹੈ ਪੰਡਤ ਪਾੜੀ ਬਾਟ, ਉਹਦਾ ਤੁਸੀਂ ਵਿਰੋਧਤਾਈ ਕਰਦੇ ਹੋ। ਹੁਣ ਇਸ ਵਾਕ ਨੂੰ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਜਦੋਂ ਭਗਤ ਕਬੀਰ ਸਾਹਿਬ ਜੀ ਆਖਰਨ ਕਬੀਰ ਕਾਗਦ ਕੀ ਕੋਬਰੀ, ਕਾਗਦ ਕੀ ਓਬਰੀ, ਪਹਿਲਾ ਵਿਸ਼ਾ ਧਿਆਨ ਦੇ ਵਿੱਚ ਰੱਖਣ ਯੋਗ ਹੈ ਕਿ ਅਧਿਆਤਮਿਕਤਾ ਦਾ ਅਸਲ ਮਨੋਰਥ ਬਾਹਰੀ ਕਰਮ ਕਾਂਡਾਂ ਨੂੰ ਬਹੁਤ ਜ਼ਿਆਦਾ ਬੜਾਵਾ ਦੇਣਾ ਜਾਂ ਉਹਨਾਂ ਦੇ ਉੱਪਰ ਕੇਂਦਰਿਤ ਰਹਿਣਾ ਨਹੀਂ ਹੈ। ਜੇ ਇਹ ਕੁਝ ਕਰਮ ਬਾਹਰੀ ਤੌਰ 'ਤੇ ਬਣਾਏ ਗਏ ਸਨ ਉਹ ਇਸੇ ਕਰਕੇ ਸਨ ਕਿ ਉਸ ਸਮੇਂ ਉਹਨਾਂ ਜਾਚਿਆ ਕਿ ਮਨੁੱਖ ਦੀ ਬੁੱਧੀ ਇੰਨੀ ਤੀਖਣ ਨਹੀਂ ਹੈ ਕਿ ਹੌਲੀ ਹੌਲੀ ਇਸ ਕਰਕੇ ਇਹਨੂੰ ਕੋਈ ਐਸਾ ਢੰਗ ਜਿਹੜਾ ਪਹਿਲਾਂ ਇਹਨੂੰ ਮਾਨਸਿਕ ਤੌਰ 'ਤੇ ਤਿਆਰ ਕਰੇ, ਅਤੇ ਫਿਰ ਜਦੋਂ ਮਾਨਸਿਕ ਤੌਰ 'ਤੇ ਤਿਆਰ ਹੋ ਗਿਆ ਤਾਂ ਫਿਰ ਆਪਣੇ ਆਪ ਇਹਦੇ ਅੰਦਰ ਗਿਆਨ ਸ਼ਾਮਲ ਹੋ ਜਾਏਗਾ। ਪਰ ਐਸਾ ਨਹੀਂ ਹੋਇਆ, ਲੋਕ ਉੱਥੋਂ ਤੱਕ ਹੀ ਖੜੋਤ ਦੇ ਵਿੱਚ ਰਹਿ ਗਏ। ਤਾਂ ਇਸੇ ਪ੍ਰਕਾਰ ਜਿਵੇਂ ਹੁਣ ਇੱਕ ਬੱਚੇ ਦੀ ਲਿਖਣੀ ਆਰੰਭ ਹੁੰਦੀ ਹੈ, ਉਹਦੇ ਵਿੱਚ ਅੱਖਰਾਂ ਦਾ ਬਹੁਤ ਜ਼ਿਆਦਾ ਦੁਹਰਾਓ ਹੁੰਦਾ ਹੈ, ਉਹਨੂੰ ਬਾਰ-ਬਾਰ ਉਹ ਚੀਜ਼ ਕਰਵਾਈ ਜਾਂਦੀ ਹੈ, ਪਰ ਉਹ ਤਾਂ ਕਰਵਾਈ ਜਾਂਦੀ ਹੈ ਕਿ ਉਹ ਅਸਲ ਤੱਕ ਪਹੁੰਚ ਜਾਏ। ਜਦੋਂ ਉਹ ਚੀਜ਼ਾਂ ਦੇ ਵੱਡੇ ਭੇਦ ਜਾਣ ਲਏਗਾ ਫਿਰ ਉਹਨੂੰ ਇੰਨੇ ਦੁਹਰਾਓ ਦੀ ਲੋੜ ਨਹੀਂ ਪਏਗੀ, ਇਸ ਕਰਕੇ ਕਰਵਾਇਆ ਜਾਂਦਾ। ਪਰ ਜੇ ਉਹ ਉਚੇਰੀ ਸ਼੍ਰੇਣੀ 'ਚ ਜਾ ਕੇ ਵੀ ਉਹੋ ਹੀ ਪਹਿਲੀ ਕਲਾਸ ਵਾਲਾ ਦੁਹਰਾਓ ਕਰੇ ਤਾਂ ਫਿਰ ਕਿਹਾ ਜਾ ਸਕਦਾ ਕਿ ਇਹਦੇ ਜੀਵਨ 'ਚ ਖੜੋਤ ਚੱਲ ਰਹੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਗਦ ਕੀ ਓਬਰੀ, ਇਸ ਕਰਕੇ ਵੇਦਾਂ ਸ਼ਾਸਤਰਾਂ ਦੇ ਜਿਹੜੇ ਖਿਆਲ ਹਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਗਜ਼ ਦੀ ਕੋਠੜੀ ਵਾਂਗ ਹਨ। ਕਾਗਜ਼ ਦੀ ਕੋਠੜੀ ਦੇ ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਜਦੋਂ ਕੋਈ ਧਰਮ ਸ਼ਾਸਤਰ ਨਹੀਂ ਸੀ ਰਚਿਆ ਗਿਆ, ਜਦੋਂ ਕਿਸੇ ਵੇਦਾਂ ਦੀ ਰਚਨਾ ਨਹੀਂ ਸੀ ਹੋਈ, ਉਦੋਂ ਮਨੁੱਖ ਅਧਿਆਤਮਿਕਤਾ ਦੀ ਜਿਹੜੀ ਸੇਧ ਸੀ ਜਾਂ ਆਪਣੇ ਜੀਵਨ ਦੇ ਅਧਿਆਤਮਿਕ ਮਨੋਰਥ ਦੀ ਪ੍ਰਾਪਤੀ ਦੇ ਲਈ ਗਿਆਨ ਕਿੱਥੋਂ ਅਰਜਿਤ ਕਰਦਾ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਬੰਦੇ ਦਾ ਜਾਗਿਆ ਹੋਇਆ ਮਨ ਜਦੋਂ ਉਸ ਅਕਾਲ ਪੁਰਖ ਦੇ ਨਾਲ ਸਿਫਤ ਸਲਾਹ ਦੇ ਵਿੱਚ ਇੱਕ ਸੁਰ ਹੋਇਆ ਤਾਂ ਉਹਨੇ ਜਾਣਿਆ ਕਿ ਧਰਤੀ ਦੇ ਵਿੱਚ ਪਰਮੇਸ਼ਰ ਦੀ ਯਾਦ ਦੇ ਵਿੱਚ ਅਸੀਮ ਗਿਆਨ ਪਿਆ ਹੋਇਆ ਹੈ। ਫਿਰ ਉਹਨੇ ਉਸ ਅਸੀਮ ਗਿਆਨ ਨੂੰ ਆਪਣੀ ਬੁੱਧ ਅੰਦਰ ਧਾਰਨ ਕੀਤਾ, ਫਿਰ ਉਹਨੂੰ ਆਪਣੇ ਜੀਵਨ ਦੇ ਅਨੁਭਵ ਦੇ ਨਾਲ ਆਤਮਸਾਤ ਕੀਤਾ, ਅਤੇ ਫਿਰ ਜੋ ਉਹਦੇ ਅਨੁਭਵ ਬਣੇ ਉਹਨਾਂ ਨੇ ਉਸ ਸ਼ਾਸਤਰਾਂ ਦੇ ਵਿੱਚ ਲਿਖੇ। ਜਿਵੇਂ ਵੇਦਾਂ ਦਾ ਕੋਈ ਰਚਨਹਾਰ ਨਹੀਂ ਮੰਨਿਆ ਜਾਂਦਾ, ਜਿਤਨੇ 4 ਵੇਦ ਨੇ ਕੋਈ ਨਹੀਂ ਨਿਸ਼ਚਿਤ ਪਤਾ ਕਿ ਇਹਨਾਂ ਦਾ ਕੌਣ ਰਚਣ ਵਾਲਾ, ਇਸ ਕਰਕੇ ਉਹਨਾਂ ਨੂੰ ਅਪੌਰਸ਼ੇ ਕਿਹਾ ਜਾਂਦਾ ਹੈ। ਅਪੌਰਸ਼ੇ ਦਾ ਮਤਲਬ ਨਾ ਰਚਣ ਵਾਲੇ ਦਾ ਪਤਾ ਹੈ, ਇਹਨਾਂ ਕਿਹਾ ਜਾਂਦਾ ਕਿ ਜਿਹੜੇ ਅੱਜ ਤੋਂ ਕਈ 100,000 ਸਾਲ ਪਹਿਲਾਂ ਇਸ ਧਰਤੀ 'ਤੇ ਜਿਨ੍ਹਾਂ ਰਿਸ਼ੀਆਂ ਨੇ ਬੜੀ ਡੂੰਘੀ ਧਿਆਨ ਸਾਧਨਾ ਕੀਤੀ, ਜਿਨ੍ਹਾਂ ਨੇ ਬੜਾ ਅਧਿਆਤਮਿਕ ਜਪ ਤਪ ਆਦਿ ਕੀਤੇ, ਜਦੋਂ ਉਹਨਾਂ ਦਾ ਧਿਆਨ ਸਿਖਰ ਦੀ ਉਚਾਈ 'ਤੇ ਪਹੁੰਚਿਆ ਤਾਂ ਇਹ ਗਿਆਨ ਰੱਬੀ ਗਿਆਨ ਉਹਨਾਂ ਦੇ ਉੱਪਰ ਉਤਰਿਆ, ਅਤੇ ਉਸ ਗਿਆਨ ਨੂੰ ਉਹਨਾਂ ਨੇ ਲਿਖਿਆ ਨਹੀਂ, ਕਹਿੰਦੇ ਕੰਠਾਗਰ ਕਰ ਲਿਆ, ਆਪਣੇ ਕੋਲ ਯਾਦ ਕਰ ਲਿਆ। ਫਿਰ ਪੀੜ੍ਹੀ ਦਰ ਪੀੜ੍ਹੀ ਅੱਗੇ ਪੁੱਜਦਾ ਗਿਆ
ਤੇ ਮਨੁੱਖ ਦੀ ਅਧਿਆਤਮਿਕਤਾ ਦਾ ਸਿਲਸਿਲਾ ਚੱਲਦਾ ਰਿਹਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਸ ਵਕਤ ਤੱਕ ਅੱਜ ਜਿਹੜਾ ਵੇਦਾਂ ਦਾ ਵਿਵਹਾਰ ਦੇਖਦੇ ਹਾਂ ਉਹਦੇ ਅਨੁਸਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਗਜ਼ ਕੀ ਉਬਰੀ, ਕੇਵਲ ਕਾਗਜ਼ ਦੇ ਅਰਥ ਰਹਿ ਗਏ ਹਨ। ਕਿਉਂਕਿ ਇਹਦਾ ਵਿਚਲਾ ਜਿਹੜਾ ਤੱਤ ਹੈ ਉਹ ਤਾਂ ਇੰਨਾ ਅਲੋਪ ਹੋ ਗਿਆ ਜਾਂ ਇੰਨਾ ਉਹਦੇ ਆਲੇ ਦੁਆਲੇ ਪਸਾਰ ਬਣਾ ਦਿੱਤੇ ਨੇ ਕਰਮ ਕਾਂਡਾਂ ਦੇ ਕਿ ਅਸਲ ਤੱਤ ਹੀ ਨਹੀਂ ਪਤਾ ਲੱਗਦਾ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਕਾਗਜ਼ ਦੀ ਉਬਰੀ ਹੋਈ। ਹੁਣ ਜਿਵੇਂ ਇੱਕ ਕਮਰਾ ਉਸਾਰ ਦਈਏ, ਉਸ ਕਮਰੇ ਅੰਦਰ ਨਾ ਕੁਝ ਬੈਠਣ ਲਈ ਹੋਵੇ, ਨਾ ਕੁਝ ਪੀਣ ਖਾਣ ਦੇ ਲਈ ਹੋਵੇ, ਕੁਝ ਵੀ ਨਾ ਹੋਵੇ, ਖਾਲੀ ਹੋਵੇ, ਤਾਂ ਉਹਨੂੰ ਅਸੀਂ ਕੋਈ ਬਹੁਤਾ ਵੱਡਾ ਅਰਥ ਨਹੀਂ ਦਿਆਂਗੇ। ਹਾਂ ਇੰਨਾ ਕਹਾਂਗੇ ਕਿ ਇੱਕ ਕਮਰਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਵੇਦਾਂ ਸ਼ਾਸਤਰਾਂ ਦੇ ਜਿਹੜੇ ਵਾਕ ਕਥਨ ਹਨ ਉਹ ਇੱਕ ਕਾਗਜ਼ ਦੀ ਕੋਠੜੀ ਸਮਾਨ ਹਨ। ਹੁਣ ਇਹਨਾਂ ਦੇ ਅੰਦਰ ਜੀਵਨ ਸੱਤਾ ਨਹੀਂ ਰਹੀ ਕਿ ਜਿਹਦੇ ਨਾਲ ਮਨੁੱਖ ਦਾ ਵਾਕਿਆ ਹੀ ਗਿਆਨਮਈ ਵਿਕਾਸ ਹੋ ਸਕੇ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਗਜ਼ ਕੀ ਉਬਰੀ ਮਸ ਕੇ ਕਰਮ ਕਪਾਟ। ਇਸ ਕਰਕੇ ਸਿਆਹੀ ਆਦਿਕ ਨਾਲ ਲਿਖ ਕੇ ਉਹ ਕਰਮ ਨਿਸ਼ਚਿਤ ਕਰ ਦਿੱਤੇ ਹਨ। ਉਹਨਾਂ ਕਰਮਾਂ ਨੂੰ ਨਿਸ਼ਚਿਤ ਕਰਨ ਦੇ ਵਿੱਚ ਵੀ ਕੋਈ ਉਚੇਰੀ ਅਧਿਆਤਮਿਕਤਾ ਨਹੀਂ ਹੈ। ਜਿਵੇਂ ਜਿਹੜਾ ਇਹਦੇ ਵਿੱਚ ਯਜੁਰਵੇਦ ਜਿਹੜਾ ਵੇਦ ਹੈ ਉਹਦੇ ਵਿੱਚ ਕਰਮ ਕਾਂਡ ਦਾ ਸਭ ਤੋਂ ਜ਼ਿਆਦਾ ਵਿਸਥਾਰ ਉਹਦੇ ਵਿੱਚ ਹੈ। ਇੰਨੇ ਜ਼ਿਆਦਾ ਪ੍ਰਕਾਂਡ ਕਰਮ ਕਾਂਡ ਉਹਦੇ ਵਿੱਚ ਲਿਖੇ ਹੋਏ ਹਨ ਕਿ ਮਨੁੱਖ ਆਜੀਵਨ ਪਰ ਨਾ ਤਾਂ ਉਹਨੂੰ ਗ੍ਰਹਿਣ ਕਰ ਸਕਦਾ ਹੈ, ਨਾ ਉਹਦਾ ਪਾਲਣ ਕਰ ਸਕਦਾ ਅਤੇ ਨਾ ਉਹਨੂੰ ਦੀਰਘ ਸਮਝ ਆ ਸਕਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਜੀਵਨ ਤਾਂ ਵੈਸੇ ਹੀ ਬੜਾ ਛੋਟਾ ਹੈ। ਜਿਵੇਂ ਵੇਦ ਸ਼ਾਸਤਰ ਕਰਮ ਕਾਂਡ ਦਾ ਸੁਭਾਅ ਦ੍ਰਿੜ ਕਰਾਉਂਦੇ ਨੇ, ਇਹ ਤਾਂ ਜੀਵ ਕੋ ਵੈਸੇ ਵੀ ਸੁਭਾਵਕ ਹੋਣ ਵਾਲਾ ਨਹੀਂ ਹੈ। ਤਾਂ ਇਸ ਕਰਕੇ ਤੁਹਾਡੇ ਵੇਦਾਂ ਸ਼ਾਸਤਰਾਂ ਦੇ ਵਾਕ ਜਿਹੜੇ ਹਨ ਉਹਨਾਂ ਦਾ ਰੂਪ ਹੈ ਉਹ ਕਾਗਜ਼ ਦੀ ਕੋਠੜੀ ਵਾਂਗ ਹੈ ਅਤੇ ਸਿਆਹੀ ਦੇ ਨਾਲ ਲਿਖੇ ਹੋਏ ਕਰਮ ਜਿਹੜੇ ਹਨ ਉਹ ਕਰਮ ਕਾਂਡੀ ਸੁਭਾਅ ਵਾਲੇ ਹਨ, ਜੀਵ ਦੀ ਕੋਈ ਚੇਤਨਤਾ ਨਹੀਂ ਕਰਦੇ ਹਨ। ਇਸ ਕਰਕੇ ਇਹਨਾਂ ਦੇ ਸਦਕਾ ਹੀ ਹੁਣ ਇਸ ਗੱਲ ਨੂੰ ਤਾਂ ਸਮਝਣ ਦਾ ਯਤਨ ਕਰੀਏ ਕਿ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਵਾਕ ਕਹੇ ਨੇ ਤਾਂ ਉਹਨਾਂ ਤੋਂ ਪਹਿਲਾਂ ਵੀ ਇਹ ਕੁਝ ਚੱਲਦਾ ਹੈ। ਉਸ ਤੋਂ ਪਹਿਲਾਂ ਦਾ ਭਾਵ ਇਹ ਹੈ ਹੁਣ ਵੇਦ ਨੇ ਕੀ ਘੜਿਆ ਇਸ ਦੁਨੀਆ ਦੇ ਵਿੱਚ ਜਿਹੜਾ ਸਾਨੂੰ ਅਜੇ ਤੱਕ ਨਹੀਂ ਮਰਮ ਪਤਾ ਲੱਗਾ। ਵੇਦਾਂ ਦੇ ਵਿੱਚ ਕੁਝ ਰੱਬੀ ਗਿਆਨ ਦਾ ਸਾਰ ਸੀ ਪਰ ਕਰਮ ਕਾਂਡ ਦੀ ਭਰਮਾਰ ਬਹੁਤ ਜ਼ਿਆਦਾ ਸੀ। ਹੁਣ ਜਿਵੇਂ ਇੰਨੇ ਜ਼ਿਆਦਾ ਦੇਵਤੇ ਵੇਦਾਂ ਦੇ ਵਿੱਚ ਕਲਪੇ ਗਏ ਹਨ, ਹਰੇਕ ਦੀ ਪੂਜਾ ਦਾ ਢੰਗ ਵੱਖਰਾ ਹੈ, ਪੂਜਾ ਦਾ ਸਮਾਂ ਵੱਖਰਾ ਹੈ। ਤਾਂ ਇਸੇ ਪ੍ਰਕਾਰ ਪਹਿਲਾਂ ਤਾਂ ਇੰਨਾ ਜ਼ਿਆਦਾ ਪੂਜਾ ਜਟਲ ਬਣਾਈ ਗਈ, ਫਿਰ ਉਸ ਪੂਜਾ ਦਾ ਅਧਿਕਾਰ ਵੀ ਇੱਕ ਸ਼੍ਰੇਣੀ ਕੋਲ ਹੀ ਰਿਹਾ ਕਿ ਦੂਜੇ ਕੇਵਲ ਉਹਦੇ ਵਿੱਚ ਆਮ ਤੌਰ 'ਤੇ ਸ਼ਾਮਲ ਹੋਣ ਪਰ ਮੁੱਖ ਰੂਪ ਦੇ ਵਿੱਚ ਨਹੀਂ। ਇਹ ਉਸ ਤੋਂ ਅਗਲਾ ਇੱਕ ਹੋਰ ਪੱਖ ਪੈਦਾ ਕੀਤਾ ਕਿ ਵਰਨ ਘੜ ਦਿੱਤੇ। ਉਂਝ ਮਨੁੱਖ ਸਾਰੇ ਮਾਲਕ ਦੀ ਜੋਤ ਨੇ, ਇੱਕੋ ਰੂਪ ਨੇ, ਪਰ ਉਹਨਾਂ ਦੇ ਵਿੱਚ ਕਰ ਦਿੱਤਾ ਕਿ ਜਿਹੜਾ ਗਿਆਨ ਦੀ ਵਿਚਾਰ ਕਰਨ ਵਾਲਾ ਉਹ ਬ੍ਰਾਹਮਣ, ਜਿਹੜਾ ਦੂਸਰੇ ਕਰਮ ਕਰਨ ਵਾਲਾ ਯੁੱਧ ਆਦਿਕ ਦੇ ਖੱਤਰੀ, ਅਤੇ ਪਹਿਲਾਂ ਵਰਨ ਘੜੇ। ਕੇਵਲ ਵੇਦਾਂ ਦੇ ਵਿੱਚ ਵਰਨ ਸਨ ਅਤੇ ਵਰਨਾਂ ਦੇ ਵਿੱਚ ਗਿਆਨ ਸੀ। ਇਹ ਗੱਲ ਨਹੀਂ ਕਿ ਅਸੀਂ ਉਹਨਾਂ ਨੂੰ ਰੱਦ ਕਰਦੇ, ਅਸਲ ਵਰਨਾਂ ਦੇ ਵਿੱਚ ਗਿਆਨ ਸੀ ਕਿ ਜਿਹੜਾ ਗਿਆਨ ਦੀ ਵਿਚਾਰ ਕਰਦਾ ਹੈ, ਬ੍ਰਹਮ ਕਰਮਾਂ ਨੂੰ ਵਾਚਦਾ ਹੈ, ਉਹ ਬ੍ਰਾਹਮਣ ਹੈ। ਉੱਥੇ ਕੋਈ ਕੁੱਲ ਦਾ ਜ਼ਿਕਰ ਨਹੀਂ ਆਉਂਦਾ ਕਿ ਜਿਹੜਾ ਉਹ ਕੁੱਲ ਦੇ ਵਿੱਚ ਹੋਇਆ ਬ੍ਰਾਹਮਣ ਉਹ ਕਹਿੰਦੇ ਨਹੀਂ, ਜਿਹੜਾ ਗਿਆਨ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਜਿਹੜਾ ਇੱਕ ਸ਼ੁਭ ਕਰਮਾਂ ਦੀ ਚਾਹਨਾ ਰੱਖਦਾ ਅਤੇ ਉਹਦਾ ਅਭਿਆਸ ਕਰਦਾ ਉਹ ਖੱਤਰੀ ਹੈ। ਵੇਦਾਂ ਵਿੱਚ ਇਸ ਤਰ੍ਹਾਂ ਵੀ ਆਉਂਦਾ ਹੈ। ਪਰ ਜਦੋਂ ਸਿਮਰਤੀਆਂ ਬਣੀਆਂ, ਸਿਮਰਤੀਆਂ ਨੇ ਸਨਾਤਨ ਮਤ ਦੇ ਸਾਰੇ ਧਰਮ ਦੇ ਸੋਸ਼ਲ ਸਟਰਕਚਰ ਬਣਾਏ, ਉਹਦੇ ਵਿੱਚ ਉਹਨਾਂ ਨੇ ਮਰਜ਼ਾਦਾ ਕੱਢ ਦਿੱਤੀਆਂ ਕਿ ਆਹ ਬੰਦਾ ਬ੍ਰਾਹਮਣ ਹੈ ਇਸ ਕੁੱਲ ਦੇ ਵਿੱਚ, ਉਹਦੇ ਆਹ ਕਰਮ ਨੇ, ਆਹ ਸ਼ੂਦਰ ਹੈ। ਫਿਰ ਵਰਨਾਂ ਤੋਂ ਅੱਗੇ ਵਰਨਾਂ ਦੇ ਵਿੱਚ ਜਾਤਾਂ ਬਣੀਆਂ, ਜਾਤਾਂ ਦੇ ਅੰਦਰ ਹੋਰ ਜਾਤਾਂ ਬਣੀਆਂ। ਤਾਂ ਅੱਜ ਇੱਕ ਅਧਿਐਨ ਅਸੀਂ ਜਦੋਂ ਕਰਦੇ ਹਾਂ ਤਾਂ ਭਾਰਤ ਦੇ ਵਿੱਚ 5000 ਪ੍ਰਮੁੱਖ ਜਾਤਾਂ ਅਤੇ ਅੱਗੇ ਉਹਦੀਆਂ ਹੋਰ ਉਪ ਜਾਤਾਂ 12000 ਦੀ ਗਿਣਤੀ ਤੱਕ ਮਿਲਦੀਆਂ ਨੇ। ਮਤਲਬ ਇਕੱਲੇ ਭਾਰਤ ਦੇ 1 ਅਰਬ 30 ਕਰੋੜ ਜਿਹੜੇ ਲੋਕ ਹਨ ਉਹ ਕੀ ਹਨ ਕਿ ਇੰਨੀਆਂ ਵੱਡੀਆਂ ਜਿਹੜੀਆਂ ਵੰਡੀਆਂ ਦੇ ਵਿੱਚ ਮਾਨਸਿਕ ਤੌਰ 'ਤੇ, ਵਿਵਹਾਰਕ ਤੌਰ 'ਤੇ ਵੰਡੇ ਹੋਏ ਹਨ। ਕੇਵਲ ਕਿੱਥੋਂ ਆਰੰਭ ਹੋਈ ਗੱਲ? 4 ਵਰਨਾਂ ਤੋਂ। ਪਹਿਲੇ ਇਹ ਇੱਕ ਜਿਹੜਾ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਾਗਜ਼ ਕੀ ਉਬਰੀ, ਕਿ ਕੇਵਲ ਕਾਗਜ਼ ਦੀ ਕੋਠੜੀ, ਹੋਰ ਕੁਝ ਨਹੀਂ ਅੰਦਰ। ਉਸ ਤੋਂ ਅੱਗੇ ਜਿਹੜੀ ਧਰਤੀ ਦੇ ਵਿੱਚ ਫਿਰ ਜਿਵੇਂ ਕੱਲ੍ਹ ਵੀ ਵਿਚਾਰ ਚੱਲੀ ਸੀ ਕਿ ਜਿਵੇਂ ਬੁੱਤ ਪ੍ਰਸਤੀ ਉਤਰੀ, ਪਰਮੇਸ਼ਰ ਦੇ ਅਨੇਕ ਰੂਪ ਕਲਪ ਕੇ ਅਤੇ ਹਰੇਕ ਇੱਕ ਰੂਪ ਨੂੰ ਇੱਕ ਖਾਸ ਮਕਸਦ ਤੱਕ ਸੀਮਿਤ ਕਰ ਦਿੱਤਾ ਗਿਆ। ਜਿਵੇਂ ਹੁਣ ਜਿਹੜੀਆਂ ਪ੍ਰਮੁੱਖ ਪੂਜਾਵਾਂ ਨੇ ਉਹਨਾਂ ਦੇ ਵਿੱਚ ਜਿਵੇਂ ਸੂਰਜ ਦੀ ਵਰਣ ਕਰਕੇ ਪੂਜਾ ਕੀਤੀ ਜਾਂਦੀ ਹੈ, ਚੰਦਰਮਾ ਦੀ ਪੂਜਾ, ਹੋਰ ਅਨੇਕਾਂ ਪੂਜਾ।
ਤਾਂ ਹੁਣ ਇਹ ਸਾਰੀ ਪੂਜਾ ਅਸਲ ਦੇ ਵਿੱਚ ਕਿਵੇਂ ਹੋ ਰਹੀ? ਜਦੋਂ ਗੁਰੂ ਨਾਨਕ ਸਾਹਿਬ ਆਰਤੀ ਦਾ ਉਚਾਰਨ ਕਰ ਰਹੇ ਹਨ ਤਾਂ ਉਹ ਕਹਿ ਰਹੇ ਨੇ ਕਿ ਕਿਸੇ ਵਿਸ਼ੇਸ਼ ਦੀ ਪੂਜਾ ਨਹੀਂ ਹੋ ਸਕਦੀ ਅਤੇ ਕਿਸੇ ਇੱਕ ਦੀ ਪੂਜਾ ਵੀ ਨਹੀਂ ਹੋ ਸਕਦੀ। ਤਾਂ ਕਰਕੇ ਆਰਤੀ ਦਾ ਪ੍ਰਸੰਗ ਤਾਂ ਵੱਡਾ ਹੈ ਕਿ ਉਹਦੇ ਵਿੱਚ ਸਾਰੇ ਸਮਾਏ ਹੋਏ ਹਨ। ਤਾਂ ਗੁਰੂ ਸਾਹਿਬ ਜੀ ਤਾਂ ਹੀ ਉਹਦੇ ਵਿੱਚ ਉਹਨਾਂ ਨੇ ਭਾਵ ਦ੍ਰਿੜ ਕਰਵਾਇਆ ਹੈ ਕਿ ਭਵ ਖੰਡਨਾ ਤੇਰੀ ਆਰਤੀ, ਕਿ ਜੇ ਮਨੁੱਖ ਨੇ ਸਿਫਤ ਕਰਨੀ ਹੈ, ਉਸ ਦਾ ਕੁਝ ਉਸਤਤ ਕਰਨੀ ਹੈ, ਉਹ ਸਮੁੱਚੇ ਰੂਪ ਦੀ ਉਤਾਰੇ। ਇਸ ਕਰਕੇ ਬੁੱਤ ਪ੍ਰਸਤੀ ਧਰਤੀ 'ਤੇ ਉਹਨਾਂ ਦੁਆਰਾ ਉਤਰੀ। ਉਸ ਤੋਂ ਅੱਗੇ ਜਾ ਕੇ ਜਿਹੜੇ ਕਰਮ ਨਿਸ਼ਚਿਤ ਕੀਤੇ ਗਏ, ਉਹਨਾਂ ਨਿਸ਼ਚਿਤ ਕਰਮਾਂ ਦੇ ਵਿੱਚ ਵੀ ਆਪਣੀ ਸੁਪਰੀਮੇਸੀ ਰੱਖੀ ਗਈ। ਜਿਵੇਂ ਤੁਹਾਨੂੰ ਮੁਕਤੀ ਦਾ ਉਪਦੇਸ਼ ਬ੍ਰਾਹਮਣ ਕੋਲੋਂ ਮਿਲੇਗਾ, ਇਸੇ ਪ੍ਰਕਾਰ ਮੁਕਤੀ ਦੇ ਜ਼ਿਆਦਾ ਨੇੜੇ ਬ੍ਰਾਹਮਣ ਹੈ। ਮਤਲਬ ਸਾਰਾ ਕੁਝ ਧਰਤੀ 'ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿੰਨਾ ਕੁਝ ਉਤਰਿਆ ਇਹ ਵੇਦਾਂ ਦੁਆਰਾ ਉਤਰਿਆ। ਅਤੇ ਪਹਿਲੀ ਦਫਾ ਹੁਣ ਅੱਗੇ ਜਾ ਕੇ ਇਹਦਾ ਇੱਕ ਹੋਰ ਪੱਖ ਆਪ ਜੀ ਨੂੰ ਸਪਸ਼ਟ ਹੋਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ। ਇਸ ਕਰਕੇ ਜਿਤਨੇ ਵੇਦ ਸ਼ਾਸਤਰਾਂ ਦੇ ਵਾਕ ਕਥੇ ਮਿੱਥੇ ਜਾਂਦੇ ਹਨ, ਕਹਿੰਦੇ ਕਾਗਜ਼ ਦੀ ਕੋਠੜੀ ਵਾਂਗ ਹਨ, ਉਹਦੇ ਉੱਪਰ ਲਿਖੇ ਹੋਏ ਕਰਮ ਤਖਤਿਆਂ ਵਾਂਗ ਹਨ। ਜਿਹੜਾ ਇੱਕ ਵਾਰੀ ਉਹਨਾਂ ਦੇ ਅੰਦਰ ਲੰਘ ਜਾਂਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦੇ ਅੰਦਰ ਕਰਮ ਕਾਂਡਾਂ ਦਾ ਜੀਵਨ ਦੇ ਵਿੱਚ ਭਾਰ ਬਣ ਜਾਂਦਾ ਹੈ। ਮੁੜ ਕੇ ਜੀਵਨ ਦੇ ਵਿੱਚ ਕਦੀ ਸੂਝ ਨਹੀਂ ਆਉਂਦੀ ਕੀ ਕਰਮ ਕਰਨੇ ਦਾ। ਪਹਿਲਾ ਨੁਕਤਾ ਮੈਂ ਆਪ ਦੇ ਨਾਲ ਇੱਥੇ ਅਰਜ਼ ਕਰਦਿਆਂ, ਆਸਾ ਦੀ ਵਾਰ ਦੀ ਬਾਣੀ ਦੇ ਵਿੱਚ ਅਸੀਂ ਵਾਕ ਪੜ੍ਹਦੇ ਹਾਂ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਦੀਏ ਖਾਤ। ਉਹਦੇ ਅੰਤਮ ਵਿੱਚ ਨਿਰਣਾ ਆਉਂਦਾ ਨਾਨਕ ਲੇਖਾ ਇੱਕ ਗੱਲ, ਹੋਰ ਹਉਮੈ ਝਖਣਾ ਚਾਕ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾ ਨੁਕਤਾ ਕੀ ਹੈ ਕਿ ਜਦੋਂ ਤੂੰ ਵੇਦਾਂ ਸ਼ਾਸਤਰਾਂ ਦੇ ਨਾਲ ਜੁੜ ਕੇ ਉਹਨਾਂ ਦਾ ਪਾਠ, ਉਹਨਾਂ ਦੇ ਸਾਰੇ ਵਰਣਨ ਨੂੰ ਆਪਣੇ ਧਿਆਨ ਦਾ, ਆਪਣੇ ਅਧਿਐਨ ਦਾ ਹਿੱਸਾ ਬਣਾਇਆ, ਤਾਂ ਉਹਦੇ ਨਾਲ ਤੂੰ ਚੇਤਨ ਨਹੀਂ ਹੋਇਆ। ਕਿਉਂਕਿ ਤੇਰਾ ਆਪਣਾ ਸਵੈ ਪਹਿਲਾਂ ਬੁਝਿਆ ਹੋਇਆ ਸੀ, ਤੇਰਾ ਜਾਗਿਆ ਹੋਇਆ ਨਹੀਂ ਸੀ ਕਿ ਮੈਂ ਵੇਦ ਸ਼ਾਸਤਰ ਦੀ ਸ਼ਰਨ ਜਾਣਾ ਹੈ। ਉਹਦੇ ਲਈ ਕਿਉਂ ਜਾਣਾ? ਪਹਿਲਾਂ ਤਾਂ ਤੇਰੇ ਕੋਲ ਇਹੀ ਪ੍ਰਸ਼ਨ ਨਹੀਂ ਸੀ, ਇਸ ਕਰਕੇ ਚਲਾ ਗਿਆ। ਫਿਰ ਆਪਣਾ ਜੋ ਉਹਨੂੰ ਪ੍ਰਮੁੱਖ ਮੰਨ ਲਿਆ ਜੀਵਨ ਦੇ ਵਿੱਚ, ਜਿਹੜੀ ਆਪਣੇ ਜਾਗੇ ਹੋਈ ਬੁੱਧ ਦੇ ਨਾਲ ਅਧਿਆਤਮਿਕਤਾ ਦੀ ਖੋਜ ਕਰਨੀ ਸੀ, ਉਸ ਹਿੱਸੇ ਨੂੰ ਬੰਦ ਕਰ ਦਿੱਤਾ ਅਤੇ ਵੇਦਾਂ ਨੂੰ ਪ੍ਰਮੁੱਖ ਮੰਨ ਕੇ ਚੱਲ ਪਿਆ। ਅਤੇ ਫਿਰ ਉਹਨਾਂ ਦੇ ਵਿੱਚ ਜਿਹੜੇ ਕਰਮ ਸਨ ਉਹਨਾਂ ਨੂੰ ਵੀ ਉਵੇਂ ਅਪਣਾਉਣ ਲੱਗ ਪਿਆ ਕਿ ਜਿਵੇਂ ਵੇਦਾਂ ਦੇ ਵਿੱਚ ਹੈ ਕਿ ਬ੍ਰਾਹਮਣ ਦਾ ਕਰਮ ਹੈ ਕਿ ਵੇਦਾਂ ਨੂੰ ਮੱਥਣਾ। ਰੋਜ਼ ਉਹਨੂੰ ਸਵਾਧਿਆਏ ਕਹਿੰਦੇ ਨੇ ਉਹ ਸੰਸਕ੍ਰਿਤ ਦੇ ਵਿੱਚ, ਕਿ ਰੋਜ਼ 2.5 ਤੋਂ 4 ਘੰਟੇ ਉਹ ਲਗਾਵੇ ਇਹਨੂੰ ਪੜ੍ਹਨ ਤੋਂ ਬਾਅਦ। ਤਾਂ ਭਗਤ ਕਬੀਰ ਸਾਹਿਬ ਜੀ ਨੇ ਦੇਖਿਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਵੇਦ ਪਾਠੀ ਸਨ, ਇੰਨੇ ਖੁਸ਼ਕ, ਇੰਨਾ ਉਹਨਾਂ ਦੇ ਅੰਦਰ ਗਿਆਨ ਦਾ ਅਹੰਕਾਰ, ਇੰਨੀ ਜ਼ਿਆਦਾ ਊਚ ਨੀਚ ਭੇਦਭਾਵ ਦੀ ਭਾਵਨਾ, ਇੰਨੇ ਜ਼ਿਆਦਾ ਕੁਰੱਖਤ ਸੁਭਾਅ ਵਾਲੇ ਸਨ। ਤਾਂ ਕਰਕੇ ਗੁਰਬਾਣੀ ਜਿਹੜੇ ਵਾਕ ਆਉਂਦੇ ਹਨ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੌ ਵੇ ਜੀਆ ਆਪਣਾ ਕੀਆ। ਕਹਿੰਦੇ ਸ਼ਾਸਤਰਾਂ ਨੂੰ ਮੱਥਣਾ ਸੀ ਤਾਂ ਇੱਕ ਤਾਂ ਗੱਲ ਸੀ ਕਿ ਪਹਿਲਾਂ ਅਗਿਆਨੀ ਸਾਂ, ਵੇਦਾਂ ਦੀ ਸ਼ਰਨ ਵਿੱਚ ਗਿਆ ਹੈ, ਉੱਥੇ ਜਾ ਕੇ ਨਿਰਮਲ ਕੋਮਲ ਸੁਹਿਰਦ ਹੋਣ ਦੀ ਬਜਾਏ ਤੇਰੇ ਸੁਭਾਅ ਦੇ ਵਿੱਚ ਗਿਆਨ ਦਾ ਹੰਕਾਰ, ਹੋਰ ਕਿੰਨਾ ਕੁਝ ਸ਼ਾਮਲ ਹੋ ਗਿਆ। ਇਹਦਾ ਮਤਲਬ ਵੇਦਾਂ ਨੇ ਤੇਰਾ ਕੀ ਭਲਾ ਕੀਤਾ, ਵੇਦ ਸ਼ਾਸਤਰਾਂ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮਨੁੱਖ ਉਹਨਾਂ ਦੀ ਸ਼ਰਨ ਗਿਆ, ਸਭ ਤੋਂ ਪਹਿਲਾਂ ਉਹਦੇ ਅੰਦਰ ਪਰਮੇਸ਼ਰ ਦੀ ਜਿਹੜੀ ਹਸਤੀ ਹੈ ਉਹਦਾ ਖਿੰਡਾ ਪੈਦਾ ਹੋ ਗਿਆ। ਇਸ ਕਰਕੇ ਬਹੁਤ ਗਹਿਰੇ ਨੁਕਤੇ ਨੇ, ਉਂਝ ਸੁਣਨ 'ਚ ਸਾਨੂੰ ਲੱਗਦਾ ਕਿ ਬੜੇ ਸਰਲ ਜਿਹੇ ਨੇ। ਸਭ ਤੋਂ ਪਹਿਲਾਂ ਪਰਮੇਸ਼ਰ ਦੀ ਹਸਤੀ ਦਾ ਖਿੰਡਾ ਪੈਦਾ। ਖਿੰਡਾ ਦਾ ਮਤਲਬ ਕੀ ਹੈ ਕਿ ਉਸ ਸਮੁੱਚੇ ਦੀ ਆਰਾਧਨਾ ਕਰਨ ਦੀ ਬਜਾਏ, ਇਹ ਉਸ ਅਕਾਲ ਪੁਰਖ ਦੇ ਇੱਕ ਸਰੂਪ ਦੀ ਆਰਾਧਨਾ ਕਰਨ ਦੀ ਬਜਾਏ ਸੰਸਾਰ ਨੂੰ ਇੰਨਿਆਂ ਰੂਪਾਂ ਦੇ ਦੁਆਰਾ ਉਹਨੇ ਖੰਡਿਤ ਕਰ ਦਿੱਤਾ ਕਿ ਕਿਸੇ ਕੋਲ ਆਪਣੇ ਮਾਰਗ ਦੀ ਨਾ ਤਾਂ ਸ਼ੁੱਧਤਾ ਬਚੀ, ਨਾ ਸ਼੍ਰੇਸ਼ਟਤਾ ਬਚੀ, ਅਤੇ ਸਾਰੇ ਇਸ ਭਰਮ ਦੇ ਵਿੱਚ ਭਰਮ ਗਏ। ਤਾਂ ਇਸੇ ਪ੍ਰਕਾਰ ਕਹਿੰਦੇ ਪਹਿਲਾਂ ਤਾਂ ਇਹ ਕਿ ਪਰਮ ਹਸਤੀ ਦੇ ਸਰੂਪ ਦਾ ਖਿੰਡਾ ਪੈਦਾ ਕਰ ਦਿੱਤਾ। ਕਿਵੇਂ ਕੀਤਾ? ਕਿ ਹੁਣ ਜਿਵੇਂ ਅਸੀਂ ਉਹ ਸਨਾਤਨ ਮਤ ਦੇ ਵਿੱਚ ਆਰਾਧਨਾ ਕੀਤੀ ਜਾਂਦੀ, ਉਹ ਤ੍ਰਿਦੇਵ ਦਾ ਸੰਗਮ ਮੰਨਦੇ ਨੇ ਅਤੇ ਉਸ ਸੰਗਮ ਨੂੰ ਅਕਾਲ ਪੁਰਖ ਕਹਿੰਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹੀ ਸਾਡੀ ਇੱਥੇ ਜਾ ਕੇ ਸਿੱਖ ਮਤ ਦੇ ਫਰਕ ਪਤਾ ਲੱਗਦੇ ਨੇ ਕਿ ਉਹ ਸੰਸਾਰ ਦੀ ਸਾਰੀ ਵਰਤਣ ਨੂੰ ਤਿੰਨਾਂ ਦੇਵਾਂ 'ਤੇ ਕੇਂਦਰਿਤ ਮੰਨਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ 'ਤੇ। ਪਰ ਗੁਰੂ ਸਾਡੀ ਗੁਰਮਤਿ ਦਾ ਸਿਧਾਂਤ ਕੀ ਹੈ ਕਿ ਇੱਕੋ ਅਕਾਲ ਪੁਰਖ ਸਿਰਜਣਹਾਰ ਹੈ। ਜਦੋਂ ਉਹ ਆਪਣਾ ਧਰਤੀ 'ਤੇ ਹੁਕਮ ਚਲਾਉਂਦਾ ਹੈ ਅਤੇ ਉਸ ਹੁਕਮ ਦੇ ਵਿੱਚ ਮਾਇਆ ਸਹਾਇਕ ਬਣਦੀ ਹੈ, ਉਸ ਮਾਇਆ ਦੁਆਰਾ ਜਦੋਂ ਸਿਰਜਣਾ ਹੁੰਦੀ ਹੈ, ਉਦੋਂ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈ ਇਸ ਨੂੰ ਆਖਦੇ ਹਾਂ ਕਿ ਬ੍ਰਹਮਾ ਸਰੂਪ ਕਰਮ ਕਰ ਰਿਹਾ, ਬ੍ਰਹਮ ਨੂੰ ਰਚਨਾ ਕਰਨ ਵਾਲਾ ਮੰਨਿਆ ਜਾਂਦਾ ਹੈ।
ਤੇ ਜਦੋਂ ਉਸ ਹੁਕਮ ਦੇ ਵਿੱਚ ਪ੍ਰਤਪਾਲਣਾ ਹੁੰਦੀ ਹੈ, ਬੰਦਾ ਪਾਲਿਆ ਜਾਂਦਾ, ਵੱਧਦਾ ਫੁੱਲਦਾ ਹੈ, ਉਦੋਂ ਵਿਸ਼ਨ ਸਰੂਪ ਕੰਮ ਕਰ ਰਿਹਾ ਹੁੰਦਾ ਹੈ। ਤਾਂ ਇਸੇ ਪ੍ਰਕਾਰ ਜਦੋਂ ਨਾਸ਼ਨਾ ਹੁੰਦੀ ਹੈ ਉਦੋਂ ਸ਼ਿਵ ਰੂਪ ਕਰਮ ਕਰ ਰਿਹਾ ਹੁੰਦਾ। ਜੇ ਅਸੀਂ ਸ਼ਾਸਤਰਾਂ ਨੂੰ ਬੜਾ ਗਹਿਰਾ ਪੜ੍ਹੀਏ ਨਾ ਤਾਂ ਸਾਨੂੰ, ਹੁਣ ਤਾਂ ਅਸੀਂ ਦੇਵਤੇ ਹੀ ਮੰਨਦੇ ਹਾਂ, ਪਰ ਉਹਨਾਂ ਦੇ ਵਿੱਚ ਸਪਿਰਿਟ ਰੂਪ ਹਨ ਕਿ ਜਿਹੜਾ ਜਿੰਨੇ ਨਾਸ਼ਨਾ ਦੇ ਕਰਮ ਨੂੰ ਅੰਜਾਮ ਦੇ ਰਿਹਾ ਇਹ ਸ਼ਿਵ ਰੂਪ ਹੈ। ਇਸ ਕਰਕੇ ਜਿਹੜਾ ਇੱਕ ਹੋਇਆ ਅੰਗਰੇਜ਼ੀ ਵਿਦਵਾਨ, ਉਹਦੀ ਕਿਤਾਬ ਹੈ ਦ ਜਰਨੀ ਆਫ ਡੈਸਟਨੀ, ਉਹਦੇ ਵਿੱਚ ਉਹਨੇ 3 ਭੇਦ ਦੱਸੇ ਹੋਏ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਾਗਦ ਕੀ ਓਬਰੀ, ਇਸ ਕਰਕੇ ਪਹਿਲਾਂ ਪਰਮ ਹਸਤੀ ਦੇ ਰੂਪ ਦਾ ਖਿੰਡਾ ਪੈਦਾ ਕਰ ਦਿੱਤਾ ਕਿ ਕਿਸੇ ਨੂੰ ਇੱਕ ਸਰੂਪ ਨਹੀਂ। ਹੁਣ ਜਿਵੇਂ ਅਸੀਂ ਸਾਰਿਆਂ ਨੇ ਜੁੜਨਾ ਹੈ, ਉਂਝ ਸਾਡੇ ਵਿੱਚ ਬੜੇ ਭੇਦ ਨੇ ਕਿ ਰੰਗ ਦਾ ਭੇਦ ਹੈ, ਜਾਤ ਦਾ ਭੇਦ ਹੈ, ਅਮੀਰ ਗਰੀਬ ਦਾ ਭੇਦ ਹੈ, ਅਗਿਆਨੀ ਗਿਆਨੀ ਦਾ ਭੇਦ ਹੈ। ਇਹ ਤਾਂ ਭੇਦ ਅਸੀਂ ਆਪਣੇ ਪਹਿਲਾਂ ਹੀ ਬੜੇ ਸਾਡੇ ਹਨ, ਅਤੇ ਅਸੀਂ ਆਪਣੀ ਜੇ ਅਧਿਆਤਮਿਕਤਾ ਦੇ ਨਾਲ ਜੁੜ ਕੇ ਵੀ ਸਾਡੇ ਇਹ ਭੇਦ ਨਾ ਮਿਟੇ ਤਾਂ ਇਹਦਾ ਮਤਲਬ ਸਾਡੀ ਅਧਿਆਤਮਿਕਤਾ ਦੇ ਵਿੱਚ ਹੀ ਨੁਕਸ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਅਧਿਆਤਮਿਕਤਾ ਦੇ ਅਰਸ਼ ਨਾਲ ਜੁੜ ਕੇ ਫਿਰ ਆਪਣੇ ਉਹਨਾਂ ਭੇਦਾਂ ਭਾਵਾਂ ਨੂੰ ਬਣਾਈ ਰੱਖੀਏ, ਪਰ ਜੇ ਸਾਡੀ ਅਧਿਆਤਮਿਕਤਾ ਦਾ ਇਸ਼ਟ ਇੱਕ ਨਹੀਂ ਹੋਏਗਾ ਤਾਂ ਫਿਰ ਸਾਡੇ ਜੀਵਨ ਦੇ ਅਭਿਆਸ ਵੀ ਸਾਜ਼ਗਾਰ ਨਹੀਂ ਹੋਣਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਕੀ ਕੀਤਾ ਕਿ ਪਰਮੇਸ਼ਰ ਦੀ ਜਿਹੜੀ ਨਿਰੋਲ ਹਸਤੀ ਦੀ ਕਲਪਨਾ ਇੱਕ ਰੂਪ ਦੇ ਵਿੱਚ ਕਰਨੀ ਸੀ, ਤੂੰ ਉਹਦੇ ਵਿੱਚ ਖਿੰਡਾ ਪੈਦਾ ਕਰ ਦਿੱਤਾ, ਉਹਦੇ 3 ਕੇਂਦਰ ਬਣਾ ਦਿੱਤੇ। ਤਾਂ ਉਹਨਾਂ 3 ਕੇਂਦਰਾਂ ਦੇ ਵਿੱਚ ਭਰਮ ਗਿਆ ਅਤੇ ਅਸਲ ਪਰਮੇਸ਼ਰ ਦੀ ਸੂਝ ਕਿਤੇ ਦੂਰ ਰਹਿ ਗਈ। ਪਹਿਲਾ ਕਾਰਨ। ਦੂਜਾ ਕਾਰਨ ਕਹਿੰਦੇ ਕਿ ਜਦੋਂ ਮਨੁੱਖ ਨੂੰ ਤੂੰ ਬ੍ਰਹਮ ਦੀ ਵਿਚਾਰ ਦ੍ਰਿੜ ਕਰਾਉਣੀ ਸੀ ਤਾਂ ਉਹਨੂੰ ਅੰਤਰਮੁਖੀ ਕਰਮ ਕਰਨ ਦੇ ਲਈ ਪ੍ਰੇਰਣਾ ਸੀ। ਕਿ ਜਿਵੇਂ ਉਦਾਹਰਨ ਦੇ ਤੌਰ 'ਤੇ ਹੁਣ ਬੰਦੇ ਨੂੰ ਪਿਆਸ ਲੱਗੀ ਹੋਵੇ, ਇਹਨੂੰ ਸਰਲ ਜਿਹਾ ਹੀ ਪ੍ਰਮਾਣ ਰੱਖਾਂ, ਕਿਸੇ ਬੰਦੇ ਨੂੰ ਪਿਆਸ ਲੱਗੀ ਹੋਵੇ, ਉਹ ਬਹੁਤ ਸਾਰਾ ਜਲ ਭਰ ਕੇ ਆਪਣੇ ਸਰੀਰ 'ਤੇ ਡੋਲ ਲਵੇ, ਕੀ ਪਿਆਸ ਬੁੱਝ ਜਾਏਗੀ? ਨਹੀਂ ਬੁੱਝੇਗੀ। ਉਹ ਸਰੀਰ ਦੇ ਅੰਦਰ ਜਲ ਜਾਣ ਦੇ ਨਾਲ ਬੁਝੇਗੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਧਿਆਤਮਿਕਤਾ ਅੰਤਰਮੁਖੀ ਵਿਸ਼ਾ ਹੈ ਅਤੇ ਤੈਨੂੰ ਚਾਹੀਦਾ ਸੀ ਜਿਹੜੇ ਤੂੰ ਕਰਮ ਦ੍ਰਿੜ ਕਰਾਉਂਦਾ ਉਹ ਬੰਦੇ ਨੂੰ ਅੰਦਰ ਸਮਝਣ ਦੇ ਲਈ ਮਦਦ ਕਰਦੇ। ਬਾਹਰ ਤਾਂ ਸਾਰਾ ਕੁਝ ਸਮਝ ਆ ਰਿਹਾ ਹੈ, ਜਿਹੜਾ ਬਾਹਰ ਵੀ ਸਮਝ ਆ ਰਿਹਾ ਉਹਦਾ ਵੀ ਗਿਆਨ ਅੰਤਰਮੁਖੀ ਬਣਾਉਂਦਾ, ਤਾਂ ਉਹ ਵੀ ਗਿਆਨ ਅੰਤਰਮੁਖੀ ਨਹੀਂ ਬਣਾਇਆ। ਇਸ ਕਰਕੇ ਮਨੁੱਖਤਾ ਨੂੰ ਇਸ ਨੁਕਤੇ ਤੋਂ ਵੀ ਕੁਰਾਹੇ ਪਾਇਆ ਹੈ ਕਿ ਬੰਦੇ ਨੂੰ ਅੰਤਰੀਵ ਦੀ ਸੂਝ ਨਹੀਂ ਆਈ। ਭਈ ਬੰਦਾ ਧਰਮ ਮੰਦਰ ਦੇ ਵਿੱਚ ਰਹਿ ਕੇ ਵੀ ਐਬ ਕਮਾ ਰਿਹਾ ਹੈ। ਹੁਣ ਕਹੇਗਾ ਮਨੁੱਖ ਕਿ ਇਹ ਤਾਂ ਫਿਰ ਜੇ ਅਧਿਆਤਮਿਕ ਕਰਮਾਂ ਵਿੱਚ ਰੋਜ਼ ਰਹਿੰਦਾ, ਪਾਠ ਵੀ ਕਰਦਾ, ਸਾਰਾ ਕਰਮ ਕਰਦਾ, ਕਿ ਮਤਲਬ ਰਹਿ ਮੰਦਰ ਦੇ ਵਿੱਚ ਰਿਹਾ ਹੈ, ਕੋਈ ਜੀਵਨ ਦੇ ਵਿੱਚ ਦਇਆ ਨਹੀਂ ਹੈ, ਕੋਈ ਸਰਬ ਸਾਂਝੀਵਾਲਤਾ ਦਾ ਭਾਵ ਨਹੀਂ ਹੈ, ਕੋਈ ਪਰਉਪਕਾਰ ਦਾ ਉਹ ਮਾਹ ਨਹੀਂ ਹੈ, ਕੋਈ ਖਿਮਾ ਦਾ ਗੁਣ ਨਹੀਂ ਧਾਰਨ ਕੀਤਾ ਹੋਇਆ, ਫਿਰ ਗੱਲ ਕਿੱਥੇ ਹੈ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਜਾ ਜਿਹੜਾ ਕੰਮ ਖਰਾਬ ਕੀਤਾ ਉਹ ਇਹ ਕਿ ਅੰਤਰਮੁਖੀ ਕਰਮਾਂ ਦੀ ਬਾਏ ਬਾਹਰਮੁਖੀ ਕਰਮਾਂ ਦੇ ਵਿੱਚ ਰੁਚਿਤ ਕਰ ਦਿੱਤਾ। ਤੀਰਥ ਦੇ ਅੰਤਰ ਭੇਦ ਸਮਝਾਉਣ ਦੀ ਬਜਾਏ। ਇਸ ਕਰਕੇ ਮੈਂ ਇੱਕ ਦਿਨ ਕਿਸੇ ਸ਼ਾਸਤਰ ਦੇ ਵਿੱਚ ਪੜ੍ਹਿਆ, ਤੀਰਥ ਦੇ ਅਰਥ ਬੜੇ ਕਮਾਲ ਦੇ ਮਿਲੇ। ਉਹ ਕਹਿੰਦੇ ਤੀਰਥ ਅਸਲ ਹੁੰਦਾ ਕਿ ਜਿਵੇਂ ਹੁਣ ਆਮ ਕਰਕੇ ਦੇਖੋ ਤੀਰਥ ਜਿਹੜੇ ਹਨ ਉਹ ਨਦੀਆਂ ਦੇ ਕਿਨਾਰੇ ਬਣੇ ਨੇ, ਜਿੰਨੇ ਸਨਾਤਨ ਮੱਤ ਨੇ ਬਣਾਏ ਨੇ, ਉਹਦੇ ਗਿਆਨ ਦੇ ਅਰਥ ਦੀ ਗੱਲ ਕਰ ਰਹੇ ਨਹੀਂ ਕਿ ਉਹਦੀ ਉੱਤਮਤਾ ਦੀ। ਉਹ ਕਹਿੰਦੇ ਕਿ ਤੀਰਥ ਕੀ ਹੁੰਦਾ ਸੀ, ਇੱਕ ਸਮੁੱਚੀ ਨਦੀ ਵਹਿੰਦੀ ਸੀ ਅਤੇ ਸਮੁੱਚੀ ਨਦੀ ਦਾ ਇੱਕ ਖਾਸ ਹਿੱਸਾ ਹੁੰਦਾ ਸੀ ਜਿਹਦੇ ਵਿੱਚੋਂ ਤੁਸੀਂ ਨਦੀ ਵਿੱਚ ਉਤਰ ਸਕਦੇ ਸੀ। ਮਤਲਬ ਜੇ ਅੱਜ ਗੰਗਾ ਆਦਿਕ ਵਰਗੇ ਤੀਰਥ ਹਨ, ਬਾਕੀ ਨਦੀ ਦੇ ਉਤਰਨ ਦੀ ਥਾਂ ਨਹੀਂ ਹੈਗੀ, ਕੇਵਲ ਕੁਝ ਕੀ ਉਹ ਕੋਈ ਕਿਲੋਮੀਟਰ ਕੁ ਤੱਕ ਹੀ ਹੈ ਜਿਹਦੇ ਵਿੱਚ ਪੌੜੀਆਂ ਬਣੀਆਂ ਹੋਈਆਂ ਨੇ ਇਸ਼ਨਾਨ ਆਦਿ ਕਰਨ ਦਾ, ਉਹਦੇ ਆਰਤੀ ਕਰਮ ਕਰਨ ਦੇ ਥੜੇ ਵਗੈਰਾ ਸਾਰਾ ਕੁਝ ਬਣਿਆ ਹੋਇਆ। ਕਹਿੰਦੇ ਅਸਲ ਇਸ ਪ੍ਰਕਾਰ ਤੀਰਥ ਦਾ ਅਰਥ ਹੈ ਕਿ ਤੇਰਾ ਅਨੰਤ ਜੂਨਾਂ ਦਾ ਭਟਕਣ ਹੈ। ਪਤਾ ਨਹੀਂ ਕਦੋਂ ਤੋਂ ਤੇਰਾ ਮਾਲਕ ਨੇ ਰਚਨਾ ਰਚੀ ਅਤੇ ਕਦੋਂ ਤੇਰੀ ਜੂਨਾਂ ਦੀ ਵਿਰਤੀ ਸ਼ੁਰੂ ਹੋਈ ਅਤੇ ਉਹ ਵਹਿਣ ਚੱਲਦਾ ਜਾ ਰਿਹਾ, ਪਤਾ ਨਹੀਂ। ਤੇ ਕਹਿੰਦੇ ਆਹ ਇੱਕ ਤੀਰਥ ਆਇਆ ਮਨੁੱਖਾ ਜਨਮ, ਕਿ ਇਹਦੇ ਨਾਲ ਜੇ ਇਹਦੇ ਵਿੱਚੋਂ ਗਹਿਰਾ ਉਤਰ ਜਾਏਗਾ ਅਤੇ ਬਾਕੀ ਅਗਲੀ ਜੂਨਾਂ ਦਾ ਭਟਕਣ ਸਾਰਾ ਮੁੱਕ ਜਾਏਗਾ। ਵੇਦਾਂ ਇਸ ਕਰਕੇ ਇਸ ਮਨੁੱਖਾ ਜਨਮ ਨੂੰ ਵੀ ਤੀਰਥ ਕਿਹਾ ਗਿਆ। ਜਿਵੇਂ ਗੁਰਬਾਣੀ ਵਿੱਚ ਵਾਕ ਹੁੰਦਾ ਨਾ, ਕਈ ਜਨਮ ਪਏ ਕੀਟ ਪਤੰਗਾ, ਕਿ ਕਦੋਂ ਤੋਂ ਸਾਡੀ ਆ ਘਾੜਤ ਘੜੀ ਹੈ, ਕਿੰਨੀਆਂ ਜੂਨਾਂ ਦੇ ਪ੍ਰਭਾਵ ਹੰਡਾ ਕੇ ਇੱਥੇ ਆਏ। ਇਸ ਕਰਕੇ ਮਨੁੱਖਾ ਜਨਮ ਹੀ ਤੀਰਥ ਹੈ। ਮਤਲਬ ਇਹਦੇ ਵਿੱਚ ਸੂਝ ਹੈ ਸਾਡੇ ਕੋਲ ਆਪਣੇ ਸ਼ੁਭ ਕਰਮ ਕਰਨ ਦੀ, ਆਪਣੀ ਅਸਲ ਦੀ ਤਲਾਸ਼ ਕਰਨ ਦੀ, ਆਪਣੀ ਸੰਪੂਰਨਤਾ ਤੱਕ ਪੁੱਜਣ ਦੀ। ਕਹਿੰਦੇ ਜਿਵੇਂ ਤੀਰਥ ਦੇ ਵਿੱਚ ਪ੍ਰਵੇਸ਼ ਹੋਣ ਲਈ ਇੱਕ ਖਾਸ ਥਾਂ ਬਣਿਆ ਹੁੰਦਾ ਹੈ, ਇਵੇਂ ਹੀ ਸਾਡੀਆਂ ਅਨੰਤ ਜੂਨਾਂ ਦੀ ਭਟਕਣ ਵਿੱਚ ਮਨੁੱਖਾ ਜਨਮ ਇੱਕ ਐਸਾ ਅਵਸਰ ਹੈ ਜਿਹੜਾ ਸਾਡੇ ਅਸਲ ਤੱਕ ਪੁੱਜਣ ਲਈ ਸਹਾਇਕ ਹੈ। ਹੁਣ ਇਹ ਵੀ ਉਹ ਗਿਆਨ ਉਹਨਾਂ ਵਿੱਚ ਵੀ ਹੈ, ਪਰ ਇਸ ਗੱਲ ਨੂੰ ਉਹਨੇ ਰਿਵੀਲਡ ਨਹੀਂ ਕੀਤਾ, ਇਸ ਗੱਲ ਨੂੰ ਉਹਨੇ ਕਲੋਜ਼ ਕਰ ਲਿਆ ਅਤੇ ਕਿਹਾ ਕਿ ਨਹੀਂ ਇਹਦੀ ਪ੍ਰਾਪਤੀ ਦੇ ਲਈ ਆਹ ਕਰਮ ਕਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਦੂਜਾ ਕੀ ਕਰਮ ਕੀਤਾ ਕਿ ਜਿਹੜੀ ਅਧਿਆਤਮਿਕਤਾ ਦੇ ਕਰਮਾਂ ਦਾ ਠੀਕ
ਅਨੁਸਰਣ ਕਰਵਾਉਣਾ ਸੀ ਲੋਕਾਂ ਕੋਲੋਂ, ਆਪਣੀ ਕਿਸੇ ਸੁਪਰੀਮੇਸੀ ਨੂੰ ਬਣਾਉਣ ਕਰਕੇ, ਸੁਪਰੀਮੇਸੀ ਦਾ ਮਤਲਬ ਸਰਵਉੱਤਮਤਾ, ਆਪਣੇ ਆਪ ਨੂੰ ਉੱਚਾ ਰੱਖਣ ਦੇ ਲਈ, ਆਪਣੇ ਆਪ ਨੂੰ ਬਣਾਉਣ ਦੇ ਲਈ ਉਹ ਕਰਮ ਹੀ ਐਸੇ ਬਣਾ ਦਿੱਤੇ ਕਿ ਮਨੁੱਖਤਾ ਉਹਨਾਂ ਤੱਕ ਪੁੱਜ ਨਾ ਸਕੀ। ਇਹ ਦੂਜਾ ਕਾਰਨ। ਤੀਜਾ ਕਾਰਨ ਕਹਿੰਦੇ ਜਿਹੜਾ ਵੇਦਾਂ ਸ਼ਾਸਤਰਾਂ ਦਾ ਮਤਲਬ ਹੈ ਕਿ ਮਨੁੱਖ ਨੂੰ ਆਕਾਰ ਤੋਂ ਸਭ ਤਰ੍ਹਾਂ ਤੋਂ ਰਹਿਤ ਕਰਕੇ ਕੇਵਲ ਉਹਨੂੰ ਜੋਤ ਸਰੂਪ ਬਣਾਉਣਾ ਸੀ, ਪਰ ਉਹਨੂੰ ਪੂਜਾ ਵੀ ਆਕਾਰ ਵਾਲੀ ਦਿੱਤੀ, ਉਹਨੂੰ ਮੁਕਤੀ ਵੀ ਆਕਾਰ ਵਾਲੀ ਦਿੱਤੀ। ਹੁਣ ਮੁਕਤੀ ਆਕਾਰ ਵਾਲੀ ਦਾ ਮਤਲਬ ਕੀ ਹੈ ਕਿ ਜਿਵੇਂ ਭਗਤ ਨਾਮਦੇਵ ਜੀ ਆਖਦੇ ਨੇ, ਮੂਏ ਹੋਏ ਜੋ ਮੁਕਤ ਦੋਗੇ ਮੁਕਤ ਨਾ ਜਾਣੈ ਕੋਇਲਾ। ਕਹਿੰਦੇ ਜਿਹੜਾ ਤੂੰ ਮੁਕਤੀ ਦਾ ਝਾਂਸਾ ਬਣਾਇਆ ਉਹ ਵੀ ਇੱਕ ਵਾਸਨਾ ਵਾਲਾ ਹੀ ਬਣਾਇਆ ਕਿ ਉੱਥੇ ਜਾ ਕੇ ਤੁਹਾਨੂੰ ਬੜੇ ਰਸ ਪ੍ਰਾਪਤ ਹੋਣਗੇ, ਬੜੀਆਂ ਸੁੱਖ ਸਹੂਲਤਾਂ ਪ੍ਰਾਪਤ ਹੋਣਗੀਆਂ। ਕਹਿੰਦੇ ਇਹ ਤਾਂ ਸਾਰਾ ਵਾਸਨਾ ਦਾ ਜਗਤ ਸੀ ਜਿਹੜਾ ਬੰਦੇ ਦੇ ਅੰਦਰ ਪਹਿਲਾਂ ਹੀ ਦਖਲ ਹੋ ਗਿਆ। ਇਸ ਕਰਕੇ ਜੇ ਤੂੰ ਮੁਕਤੀ ਵੀ ਸੰਸਾਰ ਨੂੰ ਦੇਣੀ ਚਾਹੀ ਤਾਂ ਉਹ ਵੀ ਝਾਂਸੇ ਵਾਲੀ ਸੀ, ਉਹਦੇ ਵਿੱਚ ਵੀ ਉਹ ਸਾਰੇ ਬੰਧਨਾਂ ਤੋਂ ਰਹਿਤ ਨਹੀਂ ਸੀ ਹੋ ਸਕਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਕਰਕੇ ਕਬੀਰ ਕਾਗਦ ਕੀ ਓਬਰੀ, ਕਿ ਜਿਹੜੇ ਕੁਝ ਗਿਆਨ ਦੇ ਤੱਤ ਉਪਦੇਸ਼ ਸਨ ਉਹ ਰਿਵੀਲ ਨਹੀਂ ਕੀਤੇ, ਰਿਵੀਲ ਦਾ ਮਤਲਬ ਪ੍ਰਗਟ ਨਹੀਂ ਕੀਤੇ, ਉਹਨੂੰ ਕਲੋਜ਼ ਕਰਕੇ ਤੇ ਆਪਣੇ ਮੰਤਵ ਹਿੱਤ ਵਰਤਿਆ। ਤੇ ਇਸ ਕਰਕੇ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਹਨ ਬੋਰੀ ਪਿਰਥਮੀ, ਜਾਂ ਬੰਦੇ ਨੂੰ ਸਰਲ ਅਧਿਆਤਮਿਕਤਾ ਦੱਸਦਾ ਕਿ ਭਾਈ ਇਕਾਂਤ ਵਿੱਚ ਬੈਠ ਕੇ ਦੇਖ ਤੇਰੇ ਅੰਦਰ ਕੌਣ ਹਲਚਲ ਮਚਾ ਰਿਹਾ ਹੈ, ਉਸ ਹਲਚਲ ਨੂੰ ਸ਼ਾਂਤ ਕਰਨ ਦੇ ਲਈ ਕੀ ਤੈਨੂੰ ਜ਼ਰੂਰੀ ਹੈ। ਇਹ ਸਰਲ ਅਧਿਆਤਮਿਕਤਾ ਦੇ ਰੂਪ ਹੋ ਸਕਦੇ ਸਨ, ਪਰ ਇਹਨੂੰ ਦੱਸਣ ਦੀ ਬਜਾਏ ਕਰਮ ਕਾਂਡ ਬਣਾ ਦਿੱਤੇ ਤੇ ਉਹ ਮਨੁੱਖ ਉਹਦੇ ਵਿੱਚ ਲੱਗ ਗਿਆ। ਤਾਂ ਉਹਨੂੰ ਅਸਲ ਪੂਜਾ ਦਾ, ਅਸਲ ਤੀਰਥ ਯਾਤਰਾ ਦਾ, ਅਸਲ ਇਸ਼ਨਾਨ ਦਾ, ਅਸਲ ਖੋਜ ਦੇ ਜਿਹੜੇ ਮੰਤਵ ਉਹਦੇ ਭੁੱਲਣ ਵਾਲੇ ਹੋ ਗਏ, ਤਾਂ ਉਹ ਕਿਸੇ ਹੋਰ ਹੀ ਰਾਏ ਚਲਿਆ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਹਨ ਬੋਰੀ ਪਿਰਥਮੀ, ਤੇ ਆਪਣੇ ਜਿਹੜੇ ਸ਼ਾਸਤਰਾਂ ਦੇ ਮਿੱਥੇ ਹੋਏ ਕਰਮ ਹਨ, ਕਰਮ ਕਾਂਡ ਰੂਪ ਦੇ ਵਿੱਚ ਉਹ ਆਪਣੇ ਸਾਧਕਾਂ ਦੇ ਗਲ ਬੰਨ੍ਹ ਦਿੱਤੇ। ਉਹ ਸਾਰੀ ਜ਼ਿੰਦਗੀ ਉਹਨਾਂ ਦਾ ਅਨੁਸਰਣ ਕਰਦੇ ਰਹੇ, ਕਦੇ ਅਸਲ ਭੇਦ ਨੂੰ ਪਾ ਹੀ ਨਾ ਸਕੇ। ਤੇ ਪੰਡ ਕਹਿੰਦੇ ਇਸ ਕਰਕੇ ਇੱਕ ਤਾਂ ਇਸ ਤਰੀਕੇ ਨਾਲ ਡੁਬੋ ਦਿੱਤੇ, ਫਿਰ ਜਿਨ੍ਹਾਂ ਨੇ ਕੁਝ ਵਿਰੋਧ ਕੀਤਾ ਜਾਂ ਇਸ ਨੂੰ ਰੱਦ ਕਰਨਾ ਚਾਹਿਆ ਉਹਨਾਂ ਦੇ ਮਗਰ ਤੂੰ ਨਿੰਦਿਆ ਦਾ ਜਾਂ ਹੋਰ ਸਾਰੇ ਤਰ੍ਹਾਂ ਦੇ ਸ਼ਸਤਰ ਲੈ ਕੇ ਪੈ ਗਿਆ ਤੇ ਉਹਨਾਂ ਦੀ ਹਸਤੀ ਦਾ ਵੀ ਅਪਮਾਨ ਕੀਤਾ। ਇਹਦਾ ਇਤਿਹਾਸਕ ਨੁਕਤਾ ਇਹ ਹੈ ਕਿ ਜਦੋਂ ਭਾਰਤ ਦੀ ਧਰਤੀ 'ਤੇ ਪਹਿਲੀ ਦਫਾ ਮਹਾਤਮਾ ਬੁੱਧ ਧਰਮ ਨੇ ਜਿਹੜੀ ਵੇਦਾਂ ਦੀ ਪ੍ਰਮੁੱਖਤਾ ਜਾਂ ਜਿਹੜਾ ਕਰਮਕਾਂਡੀ ਸਾਰਾ ਧਰਮ ਚੱਲਦਾ ਸੀ ਉਹਨੂੰ ਪਹਿਲੀ ਵਾਰੀ ਉਹਨਾਂ ਨੇ ਰੱਦ ਕੀਤਾ ਸੀ ਭਾਰਤ ਦੀ ਧਰਤੀ 'ਤੇ। ਅਤੇ ਇਸ ਕਰਕੇ ਉਹਨਾਂ ਦਾ ਐਡਾ ਵੱਡਾ ਵਿਰੋਧ ਹੋਇਆ। ਕਿਸੇ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਮੰਨਿਆ ਜਾਣ ਵਾਲਾ ਧਰਮ ਬੁੱਧ ਮੱਤ, ਜਿਹਦੀਆਂ ਅੱਜ ਤੋਂ ਕਈ ਸਦੀਆਂ ਪਹਿਲਾਂ ਨਾਲੰਦਾ ਅਤੇ ਤਕਸ਼ਲਾ ਵੱਡੀਆਂ ਯੂਨੀਵਰਸਿਟੀਆਂ ਸਨ ਜਿੱਥੇ 70-80 ਵਿਸ਼ੇ ਪੜ੍ਹਾਏ ਜਾਂਦੇ ਸਨ, ਨਾ ਉਹ ਬੁੱਧ ਧਰਮ ਮਿਲਦਾ ਅੱਜ ਭਾਰਤ ਦੀ ਸਰਜ਼ਮੀਨ 'ਤੇ, ਨਾ ਉਹਨਾਂ ਦਾ ਵਿੱਦਿਆ ਦਾ ਅਭਿਆਸ ਮਿਲਦਾ। ਕਿਉਂਕਿ ਬੁੱਤ ਪ੍ਰਸਤੀ ਨੂੰ ਰੱਦ ਕੀਤਾ ਬੁੱਧ ਧਰਮ ਨੇ। ਕਰਮਕਾਂਡ ਦੀ ਜਿਤਨੀ ਸਾਰੀ ਧਰਤੀ 'ਤੇ ਨੈਗੇਟਿਵਿਟੀ ਸੀ ਉਸ ਸਾਰੀ ਨੂੰ ਰੱਦ ਕਰਕੇ ਇੱਕ ਨਵਾਂ ਪੰਥ ਜਿਹੜਾ ਸੀ ਬੁੱਧ ਮੱਤ ਨੇ ਸਾਜਿਆ। ਇਸ ਕਰਕੇ ਦੋ ਮੱਤ ਜਿਹੜੇ ਜੈਨ ਮੱਤ ਤਾਂ ਜਿਮੀਲੇਟ ਹੀ ਹੋ ਗਿਆ ਇਹਦੇ ਵਿੱਚ, ਸਨਾਤਨਤਾ ਦੇ ਵਿੱਚ, ਹਿੰਦੂ ਧਰਮ ਦੇ ਵਿੱਚ। ਕਿਉਂਕਿ ਇਹਨਾਂ ਦੇ ਇਸ ਕਰਮਾਂ ਨੂੰ ਰੱਦ ਕੀਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਵੇਂ ਹੀ ਪੰਡਤ ਪਾੜੀ ਬਾਟ, ਅਤੇ ਜੇ ਕੋਈ ਹੋਰ ਜਾਗਿਆ ਹੋਇਆ ਇਸ ਚੀਜ਼ ਨੂੰ ਰੱਦ ਕਰਨਾ ਚਾਹੁੰਦਾ ਹੈ ਤੇ ਉਹਦੇ ਵੀ ਮਗਰ ਪੈ ਜਾਂਦੇ ਹਨ, ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਤਿਰਸਕਾਰ ਕਰਦੇ ਰਹੇ ਹਨ। ਇਸੇ ਪ੍ਰਕਾਰ ਕੱਲ੍ਹ ਵੀ ਵਿਚਾਰ ਹੋਈ ਸੀ ਕਿ ਪ੍ਰਹਿਲਾਦ ਵਰਗਿਆਂ ਦਾ ਤਿਰਸਕਾਰ ਕਿਉਂ ਹੋਇਆ, ਇਸੇ ਕਰਕੇ ਕਿ ਉਹਨਾਂ ਨੇ ਨਿਰਗੁਣ ਰਾਮ ਦੀ ਪੂਜਾ। ਅਤੇ ਇਸ ਕਰਕੇ ਗੁਰਬਾਣੀ ਜਦ ਇੱਕ ਭਗਤਾਂ ਦੀ ਬਾਣੀ ਪੜ੍ਹੋ ਬੜਾ ਇੱਕ ਨੁਕਤਾ ਬਾਰੀਕ ਆਉਂਦਾ ਹੈ। ਭਗਤ ਕਬੀਰ ਸਾਹਿਬ ਜੀ ਆਖਦੇ ਨੇ ਪੰਡਿਤ ਮੁੱਲਾ ਛਾਡੇ ਦੋ, ਇਸ ਪ੍ਰਕਾਰ ਆਖਦੇ ਨੇ ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ, ਕਿ ਇਹ ਸਾਰੀਆਂ ਵੰਡਾਂ ਦੇ ਭੇਦ ਨੇ ਅਤੇ ਅਸੀਂ ਤਾਂ ਜਿਸ ਅਕਾਲ ਪੁਰਖ ਨੂੰ ਰਾਧਦੇ ਹਾਂ ਉਹ ਕਿਸੇ ਵੰਡ ਵਿੱਚ ਨਹੀਂ ਆਉਂਦਾ। ਤਾਂ ਕਰਕੇ ਉਹਨਾਂ ਨੇ ਇਹ ਸੁਰ ਕਹੀਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਹਨ ਬੋਰੀ ਪਿਰਥਮੀ ਪੰਡਤ ਪਾੜੀ ਬਾਟ। ਹੁਣ ਬੋਝ ਕੀ ਬਣਾਏ ਕਿ ਉਂਝ ਅਸਲ ਅਧਿਆਤਮਿਕਤਾ ਕੀ ਹੈ ਕਿ ਏਕ ਪਿਤਾ ਏਕ ਸਕੇ ਮੁਬਾਰਕ, ਪਰ ਵਰਨਾਂ ਨੇ ਭੇਦ ਗ੍ਰਹਿਣ ਕਰ ਦਿੱਤਾ ਕਿ ਤੂੰ ਇਸ ਵਰਨ ਦੇ ਵਿੱਚ ਪੈਦਾ ਹੋਇਆ, ਇਹ ਤੇਰੀ ਜਾਤੀ ਹੈ, ਇਹ ਤੇਰੀ ਉਪ ਜਾਤੀ ਹੈ ਅਤੇ ਇਹ ਤੇਰੀ ਗੋਤ ਹੈ। ਪਹਿਲਾਂ ਕਹਿੰਦੇ ਮਾਨਸਿਕ ਤੌਰ 'ਤੇ ਹੀ ਜਿਹੜੀ ਸ਼ੁਭ ਕਰਮਾਂ ਦੀ ਚਾਹਨਾ ਉਹਨੂੰ ਵਰਨ ਵਿੱਚ ਵੰਡ ਦਿੱਤਾ। ਫਿਰ ਜਿਹੜੇ ਅਧਿਆਤਮਿਕ ਕਰਮ ਪੂਜਾ ਤੀਰਥ ਆਦਿਕ ਵਾਲੇ ਸਨ ਉਹਨਾਂ ਦੇ ਗਿਆਨਮਈ ਅਰਥ ਨਹੀਂ ਦ੍ਰਿੜ ਕਰਾਏ, ਉਹ ਬਾਹਰੀ ਰੂਪ ਦੇ ਵਿੱਚ ਬਣਾ ਲਏ ਤਾਂ ਕਿ ਮੇਰੀ ਉੱਚਤਾ ਬਣੀ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪਾੜੀ ਬਾਟ, ਇਸ ਕਰਕੇ ਸਾਰੇ ਉਪਾਰ ਉਤਾਰ ਦਿੱਤੇ ਹਨ। ਹੁਣ ਇਸ ਗੱਲ ਦੇ ਨਾਲ ਦੋ ਕੁ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਗੱਲ ਦੀਰਘ ਤਰੀਕੇ ਦੇ ਨਾਲ ਸਪਸ਼ਟ ਹੋ ਜਾਏ। ਮਹਾਤਮਾ ਜਦ ਬੁੱਧ ਧਰਮ ਆਰੰਭ ਹੋਇਆ ਤਾਂ ਇੱਕ ਵੇਦ ਸ਼ਾਸਤਰਾਂ ਦਾ ਬੜਾ ਵੱਡਾ ਵਿਦਵਾਨ ਮਹਾਤਮਾ ਬੁੱਧ ਦੇ ਕੋਲ ਗਿਆ।
ਜਾ ਕੇ ਬੜਾ ਸਮਾਂ ਬੈਠਾ ਰਿਹਾ। ਮਹਾਤਮਾ ਬੁੱਧ ਦੀ ਸਾਰੀ ਵਿਥਿਆ ਜਾਣ ਗਏ। ਕਹਿਣ ਲੱਗੇ ਕਿ ਜੋ ਵੀ ਤੇਰੇ ਮਨ ਦਾ ਪ੍ਰਸ਼ਨ ਹੈ ਉਹ ਤੂੰ ਸਾਡੇ ਸਨਮੁਖ ਰੱਖ, ਅਸੀਂ ਜ਼ਰੂਰ ਨਿਵਾਰਨ ਕਰਾਂਗੇ। ਉਹ ਬਹੁਤ ਵੱਡਾ ਵਿਦਵਾਨ ਸੀ, ਬਹੁਤ ਵੇਦ ਜ਼ੁਬਾਨੀ ਯਾਦ ਸਨ ਉਹਨੂੰ। ਕਹਿਣ ਲੱਗਾ ਵੇਦ ਮੈਨੂੰ ਜ਼ੁਬਾਨੀ ਯਾਦ ਨੇ, ਵੇਦਾਂ ਦੀ ਚਰਚਾ, ਉਹਨਾਂ ਦੇ ਅਰਥ, ਉਹਨਾਂ ਦੀ ਵਿਆਖਿਆ ਬੜੀ ਗੂੜ ਜਾਣਦਾ ਹਾਂ, ਪਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਮੇਰਾ ਅਸਲ ਜਿਹੜਾ ਹੈ ਉਹ ਟਿਕਾਅ ਵਿੱਚ ਨਹੀਂ ਹੈ। ਮੇਰੇ ਜੀਵਨ ਦੇ ਵਿੱਚ ਜੋ ਸ਼ਾਂਤੀ ਗਿਆਨ ਦੇ ਨਾਲ ਉਪਜਣੀ ਚਾਹੀਦੀ ਸੀ ਉਹ ਨਹੀਂ ਬਣ ਰਹੀ। ਇਹਦਾ ਕੀ ਕਾਰਨ ਹੈ? ਮਹਾਤਮਾ ਬੁੱਧ ਨੇ ਬੜਾ ਸਰਲ ਜਵਾਬ ਦਿੱਤਾ। ਕਹਿਣ ਲੱਗੇ ਉਸ ਵਿਦਵਾਨ ਨੂੰ ਸੰਬੋਧਿਤ ਹੋ ਕੇ ਕਿ ਜੇ ਕੋਈ ਮਨੁੱਖ ਭੋਜਨ ਖਾਵੇ, ਉਹ ਭੋਜਨ ਪਚੇ ਨਾ ਚੰਗੇ ਢੰਗ ਦੇ ਨਾਲ। ਜਦੋਂ ਭੋਜਨ ਚੰਗੇ ਢੰਗ ਨਾਲ ਨਾ ਪਚੇ ਤਾਂ ਕੀ ਪੈਦਾ ਹੁੰਦਾ ਹੈ? ਤਾਂ ਉਹ ਵਿਦਵਾਨ ਕਹਿਣ ਲੱਗਾ ਭੋਜਨ ਚੰਗੇ ਢੰਗ ਦੇ ਨਾਲ ਨਾ ਪਚੇ ਤਾਂ ਰੋਗ ਪੈਦਾ ਹੁੰਦੇ ਨੇ, ਕਿਉਂਕਿ ਜਦੋਂ ਭੋਜਨ ਪਚੇਗਾ ਉਹਦੇ ਵੱਖੋ ਵੱਖ ਹਿੱਸੇ ਜੋ ਸਰੀਰ ਨੂੰ ਚਾਹੀਦੇ ਨੇ ਪਹੁੰਚ ਜਾਣਗੇ ਉਹ ਵੱਖੋ ਵੱਖ ਥਾਵਾਂ 'ਤੇ। ਪਰ ਜਦੋਂ ਭੋਜਨ ਚੰਗੇ ਢੰਗ ਨਾਲ ਨਾ ਪਚਿਆ ਤਾਂ ਉਹ ਸਰੀਰ ਦੇ ਵਿੱਚ ਰੋਗ ਦੀ ਅਵਸਥਾ ਪੈਦਾ ਕਰੇਗਾ। ਤਾਂ ਇਸੇ ਪ੍ਰਕਾਰ ਮਹਾਤਮਾ ਬੁੱਧ ਕਹਿਣ ਲੱਗੇ ਗਿਆਨ ਦੀ ਜੇ ਸਾਧਨਾ ਕਰਨੀ ਹੈ ਤਾਂ ਉਹ ਇਸ ਕਰਕੇ ਹੈ ਕਿ ਜਿਹੜੇ ਅਹੰਕਾਰ ਵਰਗੇ ਨਸ਼ੇ ਸੰਸਾਰ ਕੋਲੋਂ ਛੇਤੀ ਕੀਤਿਆਂ ਨਹੀਂ ਛੁੱਟਦੇ। ਗਿਆਨੀ ਆਪਣੇ ਗਿਆਨ ਦੀ ਸਾਧਨਾ ਦੇ ਨਾਲ ਇਹਨਾਂ ਤੋਂ ਸਹਿਜੇ ਮੁਕਤੀ ਪਾ ਲੈਂਦਾ ਹੈ। ਇਸ ਕਰਕੇ ਤੇਰੇ ਗਿਆਨ ਦੀ ਸਾਧਨਾ ਉਸ ਭੋਜਨ ਵਰਗੀ ਹੈ ਜਿਹੜਾ ਤੂੰ ਖਾ ਤਾਂ ਲਿਆ ਹੈ ਪਰ ਨਾ ਤਾਂ ਉਹ ਪਚਿਆ ਹੈ ਅਤੇ ਨਾ ਤੈਨੂੰ ਪਚਾਉਣ ਦਾ ਢੰਗ ਆਇਆ ਹੈ। ਜੇ ਪਚ ਜਾਂਦਾ ਤਾਂ ਉਹਦੇ ਵਿੱਚੋਂ ਜਿਹੜਾ ਕੁਝ ਤੇਰਾ ਖੂਨ ਬਣਨਾ ਸੀ ਖੂਨ ਬਣ ਜਾਣਾ ਸੀ, ਬਾਕੀ ਜਿਹੜਾ ਵਿਅਰਥ ਸੀ ਉਹ ਬਾਹਰ ਵੀ ਚਲਿਆ ਜਾਣਾ ਸੀ। ਪਰ ਨਾ ਪਚਣ ਕਰਕੇ, ਹੁਣ ਨਾ ਪਚਣ ਦਾ ਮਤਲਬ ਕਹਿੰਦੇ ਇਸ ਕਰਕੇ ਨਾ ਪਚਣ ਕਰਕੇ ਤੇਰੇ ਮਨ ਦੀ ਅਸ਼ਾਂਤੀ, ਗਿਆਨ ਦਾ ਅਹੰਕਾਰ ਜਾਂ ਹੋਰ ਸਾਰੇ ਜੀਵਨ ਦੇ ਵਿੱਚ ਨਿਮਨ ਪੱਖ ਬਣੇ ਹੋਏ ਹਨ। ਫਿਰ ਉਹ ਵਿਦਵਾਨ ਕਹਿਣ ਲੱਗਾ ਇਹ ਨਿਵਰਤ ਕਿਵੇਂ ਹੋਣ? ਫਿਰ ਮਹਾਤਮਾ ਬੁੱਧ ਨੇ ਕਿਹਾ ਕਿ ਤੱਤ ਨੂੰ ਚੀਨੋ। ਤੱਤ ਨੂੰ ਚੀਨਣ ਦਾ ਮਤਲਬ ਜਿਵੇਂ ਉਦਾਹਰਨ ਦੇ ਤੌਰ 'ਤੇ ਹੁਣ ਮਸਲਾ ਕੀ ਚੱਲਦਾ ਹੈ ਕਿ ਜਦੋਂ ਮਨੁੱਖ ਕਿਸੇ ਵੱਖ ਦੀ, ਹੁਣ ਜਿਵੇਂ ਅਸੀਂ ਰੋਜ਼ਾਨਾ ਕਥਾ ਸ਼ਰਵਣ ਕਰਦੇ ਆ, ਇਹ ਇਕੱਲੀ ਇਸ ਨੁਕਤੇ ਤੋਂ ਥੋੜ੍ਹਾ ਕਿ ਸਾਨੂੰ ਗਿਆਨ ਆ ਜਾਏ ਜੀ ਗੁਰੂ ਸ਼ਬਦ ਬਾਣੀ ਦਾ ਅਰਥ ਕੀ ਹੈ, ਕਿੰਨੇ ਪ੍ਰਕਾਰ ਅਰਥ ਖੁੱਲ੍ਹਦਾ, ਇਹ ਥੋੜ੍ਹਾ ਨੁਕਤਾ ਇਹਦਾ ਨੁਕਤਾ ਹੈ ਕਿ ਜਿਹੜਾ ਅਸੀਂ ਅਧਿਆਤਮਿਕ ਕਰਮ ਕਰ ਰਹੇ ਇੱਕ ਤਾਂ ਉਹਦੀ ਡੂੰਘੀ ਸੂਝ ਪੈਦਾ ਹੋ ਜਾਏ, ਇੱਕ ਉਹਦਾ ਦਿਨ ਬਾ ਦਿਨ ਸਾਡੇ ਅੰਦਰ ਪ੍ਰੇਰਣਾ ਅਤੇ ਚਾਅ ਵਧੇ ਤਾਂ ਕਿ ਸਾਨੂੰ ਵਾਕਿਆ ਲੱਗੇ ਕਿ ਇਹ ਮਾਰਗ ਵਾਕਿਆ ਹੀ ਬੜਾ ਉਚੇਰੀ ਅਵਸਥਾ ਵਾਲਾ ਹੈ। ਤਾਂ ਭਗਤ ਫਿਰ ਮਹਾਤਮਾ ਬੁੱਧ ਕਹਿਣ ਲੱਗੇ ਇਸ ਕਰਕੇ ਜੇ ਤੂੰ ਜਿਸ ਕਰਮ ਨੂੰ ਚੀਨਣਾ ਹੈ ਉਸ ਹਿਸਾਬ ਦੇ ਨਾਲ ਤੱਤ ਰੂਪ ਨੂੰ ਚੀਨ। ਤਾਂ ਕਰਕੇ ਬਾਣੀ 'ਚ ਇੱਕ ਵਾਕ ਆਉਂਦਾ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉਂ ਬੇਤਾਲਿਆ, ਕਿ ਕੇਵਲ ਜ਼ਿੰਦਗੀ ਇਸ ਲਈ, ਜ਼ਿੰਦਗੀ ਤਾਂ ਆਪਣੇ ਆਪ ਦੀ ਪਛਾਣ ਦੇ ਲਈ ਅਤੇ ਆਪਣੇ ਅਸਲ ਮਕਸਦ ਤੱਕ ਪੁੰਜਣ ਦੇ ਲਈ ਸੀ, ਪਰ ਜਿਹੜਾ ਇਸ ਮਾਰਗ ਨੂੰ ਧਾਰਨ ਕਰ ਲਿਆ ਇਹਨੇ ਬਾਹਰ ਮੁਖੀ ਭਰਮਾ ਦਿੱਤਾ ਹੈ। ਜਿਵੇਂ ਹੁਣ ਇਸ ਗੱਲ ਨੂੰ ਦੇਖੋ, ਹੁਣ ਇੱਕ ਨੁਕਤਾ ਹੋਰ ਅਰਜ਼ ਕਰਦੇ ਆਪ ਦੇ ਸਨਮੁਖ। ਜਿਵੇਂ ਵੇਦਾਂ ਦੀ ਪ੍ਰਮੁੱਖਤਾ ਦੇ ਵਿੱਚ ਜਿਹੜੇ ਕਰਮ ਬਣਾਏ ਨੇ ਉਹਨਾਂ ਨੇ ਪਹਿਲਾਂ 68 ਤੀਰਥ ਕੜੇ ਅਤੇ ਫਿਰ ਕਿਹਾ ਇਹ ਮਨੁੱਖ ਇਹਨਾਂ ਦੀ ਸਾਰਿਆਂ ਦੀ ਯਾਤਰਾ ਕਰੇ, ਜਿਹੜਾ ਇਹਨਾਂ ਸਾਰਿਆਂ ਦੀ ਯਾਤਰਾ 'ਤੇ ਪੁੰਨਦਾਨ ਕਰਮ ਕਰ ਲਏਗਾ ਉਹ ਮੁਕਤੀ ਨੂੰ ਪ੍ਰਾਪਤ ਹੋਏਗਾ। ਤਾਂ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਨਹੀਂ, ਅਸਲ ਅਧਿਆਤਮਿਕਤਾ ਸੀ ਕਿ ਜਦੋਂ ਮਨੁੱਖ ਨੂੰ ਆਪਣੀ ਸੁਰਤ ਦਾ ਗਿਆਨ ਦੇ ਸਹਿਤ ਗੁਰੂ ਸ਼ਬਦ ਨਾਲ ਜੁੜ ਕੇ ਇਸ਼ਨਾਨ ਕਰਵਾਉਣਾ ਆ ਗਿਆ, ਉਹ ਉਹਦਾ ਅਸਲ ਇਸ਼ਨਾਨ ਹੋਏਗਾ। ਨਹੀਂ ਤਾਂ ਜਿਹੜਾ ਤੁਸੀਂ ਅਧਿਆਤਮਿਕਤਾ ਬਣਾਈ ਹੈ ਉਹਦੇ ਵਿੱਚ ਬੰਦਾ 68 ਤੀਰਥਾਂ ਦੇ ਇਸ਼ਨਾਨ ਕਰਕੇ ਹੰਕਾਰ ਦੇ ਨਾਲ ਹੀ ਭਰ ਜਾਏਗਾ। ਉਹਨੂੰ ਆਪਣਾ ਅਸਲ ਧੋਣਾ ਸਿਖਾਓ ਕਿ ਉਹਦੇ ਅੰਤਰੀਵ ਉਹਨੇ ਆਪਣੇ ਆਪ ਨੂੰ ਕਿਵੇਂ ਧੋਣਾ। ਇਸੇ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਹੈ ਨਾ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਬੜੇ ਤੀਰਥ ਭਰਮ ਲਏ ਪਰ ਮਨ ਤੇ ਗੁਮਾਨ ਨਾ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਪਾਹਨ ਬੋਰੀ ਪਿਰਥਮੀ, ਕਿ ਜੇ ਅਸਲ ਜੀਵਨ ਨੂੰ ਜੀਵਨ ਦਾ ਭੇਦ ਸਿਖਾਉਂਦੇ ਤਾਂ ਉੱਤਮ ਹੋ ਜਾਣਾ ਸੀ। ਇਸੇ ਪ੍ਰਕਾਰ ਨਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇੱਕ ਜਦ ਉਦਾਸੀਆਂ ਦੌਰਾਨ ਗੁਰੂ ਸਾਹਿਬ ਜੀ ਗਏ, ਇੱਕ ਪੰਡਿਤ ਗੁਰੂ ਸਾਹਿਬ ਜੀ ਦੇ ਕੋਲ ਆਇਆ, ਕਹਿਣ ਲੱਗਾ ਗੁਰੂ ਸਾਹਿਬ ਜੀ ਅਸੀਂ ਵੇਦਾਂ ਸ਼ਾਸਤਰਾਂ ਨੂੰ ਮੱਥਦੇ ਹਾਂ, ਅਸੀਂ ਧਰਮ ਸ਼ਾਸਤਰਾਂ ਦੀ ਬੜੀ ਡੂੰਘੀ ਵਿਚਾਰ ਬਹਿਸ ਮੁਬਾਇਸਾ ਕਰਦੇ ਹਾਂ, ਪਰ ਸਾਡੇ ਜੀਵਨ 'ਚ ਓਨਾ ਆਨੰਦ ਨਹੀਂ ਉਤਪਤ ਹੁੰਦਾ ਜਿੰਨਾ ਤੁਹਾਡੇ ਇੱਕ ਸਧਾਰਨ ਜੇ ਸਿੱਖ ਜਿਨ੍ਹਾਂ ਨੂੰ ਨਾ ਭਾਸ਼ਾ ਆਉਂਦੀ ਹੈ ਨਾ ਇਹ ਵੇਦ ਪੜ੍ਹਦੇ ਨੇ, ਕੇਵਲ ਇਹ ਆਨੰਦ ਵਿੱਚ ਰਹਿੰਦੇ ਨੇ, ਇਹਨਾਂ ਦਾ ਜੀਵਨ ਸਾਡੇ ਨਾਲੋਂ ਜ਼ਿਆਦਾ ਨਿਰਮਲ ਹੈ, ਇਹਦਾ ਕੀ ਕਾਰਨ ਹੈ? ਗੁਰੂ ਨਾਨਕ ਸਾਹਿਬ ਜੀ ਨੇ ਬੜਾ ਕਮਾਲ ਦਾ ਉਹਨੂੰ ਜਵਾਬ ਦਿੱਤਾ। ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖ ਜਿਹੜਾ ਅਸੀਂ ਗਿਆਨ ਦ੍ਰਿੜ ਕਰਾਉਂਦੇ, ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਵਿੱਚ ਕਿਹਾ ਕਿ ਜੋ ਅਕਾਲ ਪੁਰਖ ਦਾ ਗਿਆਨ ਅਸੀਂ ਉਹਦੇ ਹੁਕਮ ਅਨੁਸਾਰ ਦ੍ਰਿੜ ਕਰਾਉਂਦੇ ਹਾਂ ਉਹਦੇ ਵਿੱਚੋਂ ਮਨੁੱਖ ਨੂੰ
ਸਭ ਤੋਂ ਪਹਿਲਾਂ ਇਹ ਪ੍ਰਤੀਤ ਦ੍ਰਿੜ ਕਰਾਈ ਜਾਂਦੀ ਹੈ ਕਿ ਤੂੰ ਮਹਾਂ ਪਵਿੱਤਰ ਹੈ, ਤੂੰ ਉਸ ਪਰਮੇਸ਼ਰ ਦੀ ਜੋਤ ਹੈ। ਇਸ ਕਰਕੇ ਪਹਿਲਾਂ ਇਹ ਖਿਆਲ ਰੱਖ। ਕਹਿੰਦੇ ਸਾਡੀ ਅਧਿਆਤਮਿਕਤਾ ਦਾ ਪਹਿਲਾ ਸਬਕ ਹੀ ਇਹ ਹੈ ਕਿ ਤੂੰ ਪਰਮ ਅਕਾਲ ਪੁਰਖ ਦੀ ਜੋਤ ਹੈ, ਅਤੇ ਉਹ ਜੋਤ ਤੇਰੇ ਇਸ ਸਰੀਰ ਵਿੱਚ ਵਿਚਰ ਰਹੀ ਹੈ, ਅਤੇ ਉਹ ਜੋਤ ਨਾ ਮਰਦੀ ਹੈ, ਨਾ ਕਿਸੇ ਪ੍ਰਕਾਰ ਜਨਮਦੀ ਹੈ, ਨਾ ਮੈਲੀ ਹੁੰਦੀ ਹੈ, ਕੋਈ ਵੀ ਫਰਕ ਨਹੀਂ ਹੁੰਦਾ, ਉਹ ਸਦਾ ਇੱਕੋ ਸਮਾਨ ਰਹਿੰਦੀ ਹੈ। ਇਸ ਕਰਕੇ ਪਹਿਲਾਂ ਇਸ ਸਬਕ ਨੂੰ ਦ੍ਰਿੜ ਕਰਕੇ ਫਿਰ ਜਿੰਨੀ ਉਹ ਪਵਿੱਤਰ ਹੈ ਓਨੀ ਪਵਿੱਤਰਤਾ ਨੂੰ ਆਪਣੇ ਜੀਵਨ ਦੇ ਵਿੱਚ ਕਾਇਮ ਰੱਖ। ਅਤੇ ਕਹਿੰਦੇ ਜਦੋਂ ਉਹ ਪਵਿੱਤਰਤਾ ਨੂੰ ਕਾਇਮ ਰੱਖਣਾ ਹੈ ਤਾਂ ਫਿਰ ਮਾਇਆ ਦੇ ਪ੍ਰਭਾਵ ਤੋਂ ਜਗਾਉਣ ਦੇ ਲਈ, ਸੁਚੇਤ ਕਰਨ ਦੇ ਲਈ ਅਸੀਂ ਸ਼ਬਦ ਦਾ ਕੀਰਤਨ ਅਤੇ ਸ਼ਬਦ ਦੀ ਵਿਚਾਰ ਰੱਖੀ ਹੋਈ ਹੈ। ਇਸ ਕਰਕੇ ਗੁਰੂ ਸਾਹਿਬਾਨਾਂ ਦੇ ਵਾਕ ਹਨ। ਹੁਣ ਜਿਵੇਂ ਵਿਚਾਰ ਦਾ ਨੁਕਤਾ ਹੈ ਕਿ ਜਿਹੜੀ ਵੇਦਾਂ ਸ਼ਾਸਤਰਾਂ ਦੀ ਸਾਧਨਾ ਹੈ ਉਹ ਬੜੀ ਵਿਖਮ ਹੈ ਆਪਣੇ ਆਪ ਦੇ ਵਿੱਚ। ਹੁਣ ਜਿਵੇਂ ਸਾਡੀ ਜਿਹੜੀ ਭਗਤੀ ਹੈ ਉਹ ਕਿਉਂ ਉੱਤਮ ਹੈ, ਅਸੀਂ ਕਿਉਂ ਦੂਜਿਆਂ ਨਾਲੋਂ ਵੱਖਰੇ ਹਾਂ ਥੋੜ੍ਹੇ ਜਿਹੇ, ਜਾਂ ਸਾਡਾ ਕੀ ਵਿਲੱਖਣਤਾ ਹੈ। ਸਾਡੇ ਵਿੱਚ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ, ਉਹਦੇ ਵਿੱਚ ਦੇਖੋ ਸੁਣਤੇ ਪੁਨੀਤ। ਹੁਣ ਵੇਦ ਸ਼ਾਸਤਰ ਇਸ ਗੱਲ ਦੀ ਪ੍ਰਮੁੱਖਤਾ ਨਹੀਂ ਮੰਨਦਾ। ਉਹ ਕਹਿੰਦੇ ਜਿਹੜਾ ਪੜ੍ਹੇਗਾ, ਵਾਚੇਗਾ ਅਤੇ ਬੜੀ ਦੀਰਘਤਾ ਦੇ ਨਾਲ ਸਮਝੇਗਾ ਉਹ ਮੁਕਤ ਹੋਏਗਾ। ਪਰ ਸਤਿਗੁਰੂ ਦੀ ਬਾਣੀ ਆਖਦੀ ਹੈ ਸੁਣਤੇ ਪੁਨੀਤ। ਸ਼ਰਵਣ ਮਾਤਰ ਦੇ ਨਾਲ ਹੀ ਬੰਦਾ ਜਿਹੜਾ ਪੁਨੀਤ ਹੋ ਜਾਂਦਾ, ਅਤੇ ਜਿਹੜਾ ਕਹਤੇ ਹੈ ਉਹਦਾ ਥੋੜ੍ਹਾ ਜਿਹੜਾ ਸਥਾਨ ਹੈ ਉਹ ਹੇਠਾਂ ਆ ਜਾਂਦਾ ਹੈ। ਸ਼ਰਵਣ ਭਗਤੀ ਦੀ ਐਡੀ ਵੱਡੀ ਮਹਿਮਾ ਕਿਸੇ ਪੰਥ 'ਚ ਨਹੀਂ ਹੈਗੀ ਕਿ ਸੁਣਨ ਦੇ ਨਾਲ। ਤਾਂ ਕਰਕੇ ਗੁਰਬਾਣੀ ਦੇ ਵਿੱਚ ਵਾਕ ਆਉਂਦਾ ਨਾ, ਸਤਿਗੁਰੂ ਸਾਹਿਬ ਜੀ ਜਪਜੀ ਸਾਹਿਬ ਤੁਹਾਨੂੰ ਫਰਮਾਉਂਦੇ ਹਨ। ਉਹਦਾ ਭਾਵ ਹੀ ਇਹ ਹੈ ਕਿ ਜੇ ਮਨੁੱਖ ਦੀ ਸ਼ਰਵਣ ਭਗਤੀ, ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਬੜੇ ਗੁਰਸਿੱਖ ਐਸੇ ਹੋਣਗੇ ਜਿਹੜੇ ਬਾਣੀ ਨਹੀਂ ਪੜ੍ਹ ਸਕਦੇ, ਜਾਂ ਬਾਣੀ ਪੜ੍ਹ ਲੈਂਦੇ ਆ, ਬਾਣੀ ਦੀ ਦੀਰਘ ਵਿਚਾਰ ਨਹੀਂ ਕਰ ਸਕਦੇ। ਜੇ ਵਿਚਾਰ ਪੜ੍ਹ ਲੈਣਗੇ ਉਹ ਵਿਚਾਰ ਸਮਝ ਨਹੀਂ ਆਏਗੀ। ਜੇ ਵਿਚਾਰ ਸਮਝ ਆ ਜਾਏਗੀ ਉਹਦੇ ਅਭਿਆਸ ਦੇ ਰੂਪ ਨਹੀਂ ਬਣਾਉਣੇ ਆਉਣਗੇ। ਜੇ ਅਭਿਆਸ ਦੇ ਰੂਪ ਬਣਾ ਲੈਣਗੇ ਤਾਂ ਉਹਦਾ ਅਨੁਭਵ ਬਣਾਉਣਾ ਨਹੀਂ ਆਏਗਾ। ਕਿੰਨਾ ਮਤਲਬ ਇਹ ਸਿਲਸਿਲਾ ਲੰਬਾ ਦੇਖੋ। ਤਾਂ ਫਿਰ ਜਿਹੜੀ ਕਥਾ ਸੁਣਨੀ ਹੈ ਉਹ ਕੀ ਹੁੰਦੀ ਹੈ ਕਿ ਕੁਝ ਵੀ ਨਹੀਂ ਕਰਨਾ, ਸਿਰਫ ਇੱਕ ਆਪਣੀ ਬੁੱਧੀ ਨੂੰ ਜਗਾ ਕੇ ਰੱਖਣਾ ਹੈ ਅਤੇ ਇੱਕ ਆਪਣੀ ਇਕਾਗਰਤਾ ਬਣਾ ਕੇ ਰੱਖਣੀ ਹੈ, ਅਤੇ ਸਮਝਣਾ ਹੈ ਕਿ ਇਹ ਗੱਲ ਕਿਵੇਂ ਕਿਵੇਂ ਚੱਲਦੀ ਹੈ। ਤਾਂ ਜਦੋਂ ਜਦੋਂ ਉਹਨੂੰ ਸਮਝਦੇ ਜਾਵਾਂਗੇ ਤਾਂ ਨਾਲੇ ਉਹਦਾ ਗਿਆਨ, ਜਦੋਂ ਨਾਲੇ ਗਿਆਨ, ਜਿਵੇਂ ਪਹਿਲਾਂ ਵਿਚਾਰ ਕੀਤੀ ਵੇਦਾਂ ਬਾਰੇ ਕਿ ਤੀਰਥ ਕੀ ਹੈ, ਫਿਰ ਤੀਰਥਾਂ ਦੀ ਜਿਹੜੀ ਉਹ ਖੜੋਤ ਹੈ ਉਹਨੂੰ ਸਮਝਣ ਲਈ ਜਿਹੜਾ ਪ੍ਰਮਾਣ ਦਿੱਤਾ, ਮਤਲਬ ਨਾਲੇ ਸਮੱਸਿਆ ਮਿਲ ਗਈ, ਸਮੱਸਿਆ ਦਾ ਹੱਲ ਅਤੇ ਸਮੱਸਿਆ ਨੂੰ ਹੱਲ ਕਰਨ ਦੇ ਢੰਗ, ਇਹ ਸਾਰੇ ਜਦੋਂ ਕਥਾ ਦੁਆਰਾ ਇਕੱਠੇ ਮਿਲ ਜਾਂਦੇ ਨੇ ਅਤੇ ਬੰਦੇ ਦੀ ਅਧਿਆਤਮਿਕ ਸਾਧਨਾ ਮਜ਼ਬੂਤ ਹੋ ਜਾਂਦੀ ਹੈ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪਾੜੀ ਬਾਟ। ਅਤੇ ਇਹਨੇ ਸਮੱਸਿਆ ਕੀ ਕੀਤੀ ਕਿ ਜਿਹੜਾ ਧਰਮ ਦਾ ਉਪਦੇਸ਼ ਹੈ, ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਸ ਕਰਕੇ ਅਸੀਂ ਸ਼ਬਦ ਦਾ ਕੀਰਤਨ ਅਤੇ ਸ਼ਬਦ ਦੀ ਵਿਚਾਰ ਪ੍ਰਮੁੱਖ ਰੱਖੀ ਹੈ ਕਿ ਇਹਦੇ ਨਾਲ ਮਨੁੱਖ ਦੇ ਅੰਦਰ ਰਸ ਵੀ ਬਣੇਗਾ, ਗਿਆਨ ਵੀ ਬਣੇਗਾ, ਅਤੇ ਉਹਦੇ ਜੀਵਨ ਦੀ ਕੋਈ ਘਾੜਤ ਵੀ ਹੋਏਗੀ। ਸਿੱਧਾਂ ਨੂੰ ਵੀ ਕਿਹਾ ਸੀ ਗੁਰੂ ਸਾਹਿਬ ਜੀ ਨੇ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਤਾਂ ਉਹ ਫਿਰ ਪੰਡਤ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਫਿਰ ਮੈਂ ਤਾਂ ਇੰਨੇ ਸਮੇਂ ਦੀ ਸਾਧਨਾ ਕਰਾਂ, ਮੈਨੂੰ ਹੁਣ ਇਹ ਆਨੰਦ ਕਿਵੇਂ ਪ੍ਰਾਪਤ ਹੋਵੇ। ਤਾਂ ਗੁਰੂ ਸਾਹਿਬ ਜੀ ਨੇ ਉਹਨੂੰ ਇੱਕ ਵਾਕ ਕਿਹਾ ਸੀ ਕਿ ਭਾਉ ਕਰਕੇ, ਭਾਵਨੀ ਕਰਕੇ, ਅਤੇ ਆਪਣੇ ਸਭ ਪ੍ਰਕਾਰ ਦੀਆਂ ਜਿਹੜੀਆਂ ਹੰਕਾਰ ਦੀਆਂ ਬਿਰਤੀਆਂ ਨੇ, ਮਾਇਆ ਦੀਆਂ ਬਿਰਤੀਆਂ ਨੇ, ਉਹਨਾਂ ਨੂੰ ਤਿਆਗ ਕੇ ਇਸ ਸਤ ਸੰਗਤ ਵਿੱਚ ਬੈਠਿਆ ਕਰ, ਤੈਨੂੰ ਥੋੜ੍ਹੇ ਦਿਨਾਂ 'ਚ ਅਨੁਭਵ ਹੋ ਜਾਏਗਾ। ਉਹ ਫਿਰ ਪੰਡਿਤ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਸੰਗਤ ਦੇ ਵਿੱਚ ਅਭਿਆਸ ਕਰਦਾ ਰਿਹਾ। ਥੋੜ੍ਹੇ ਸਮੇਂ ਬਾਅਦ ਹੀ ਉਹਦੇ ਗਿਆਨ ਦਾ ਅਹੰਕਾਰ, ਹੋਰ ਸਾਰੇ ਜਿਹੜੇ ਮਤਲਬ ਜੀਵਨ ਦੇ ਵਿੱਚ ਮਾਇਆ ਦੇ ਪ੍ਰਭਾਵ ਸਨ, ਚਲੇ ਗਏ, ਅਤੇ ਗੁਰੂ ਕਾ ਉਪਦੇਸ਼ ਲੈ ਕੇ ਉਹ ਸਫਲ ਹੋਇਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪੰਡਿਤ ਪਾੜੀ ਬਾਟ। ਇੱਕ ਹੋਰ ਵੀ ਨੁਕਤਾ ਆਪਦੇ ਸਨਮੁਖ ਅਰਜ਼ ਕਰਦਾ, ਕਿਤੇ ਭੁਲੇਖਾ ਨਾ ਰਹਿ ਜਾਏ। ਜਦੋਂ ਅਸੀਂ ਅਕਸਰ ਵਿਚਾਰ ਸ਼ਰਵਣ ਕਰਦੇ ਹਾਂ ਤਾਂ ਇੱਕ ਧਿਰ 'ਤੇ ਹੀ ਕਈ ਵਾਰੀ ਗੱਲ ਕੇਂਦਰਿਤ ਹੋ ਜਾਂਦੀ ਹੈ, ਤਾਂ ਸਾਨੂੰ ਲੱਗਦਾ ਇਹਦਾ ਵਿਰੋਧ ਰਿਹਾ ਹੈ। ਜੇ ਕਿਤੇ ਭਗਤ ਕਬੀਰ ਸਾਹਿਬ ਜੀ ਦੇ ਚਲੋ ਜੀਵਨ ਤਾਂ ਅਸੀਂ ਪੜ੍ਹਦੇ ਨੇ, ਜੇ ਪੜ੍ਹਿਆ ਜਾਵੇ ਤਾਂ ਆਪ ਜੀ ਨੂੰ ਸਪਸ਼ਟ ਜ਼ਿਕਰ ਮਿਲ ਜਾਏਗਾ ਕਿ ਜਿਹੜੇ ਅਗਿਆਨੀ ਸਨ ਉਹ ਅਗਿਆਨੀ ਰਹੇ, ਪਰ ਬ੍ਰਾਹਮਣ ਕੁਲ ਦੇ ਵਿੱਚੋਂ ਵੀ ਐਸੇ ਬੜੇ ਲੋਕ ਸਨ ਜਿਹੜੇ ਭਗਤ ਕਬੀਰ ਸਾਹਿਬ ਜੀ ਕੋਲੋਂ ਤੱਤ ਗਿਆਨ ਦੇ ਉਪਦੇਸ਼ ਨੂੰ ਧਾਰਨੀ ਕਰਕੇ ਅਤੇ ਆਪਣੇ ਅਸਲ ਜੀਵਨ ਦੇ ਅਧਿਆਤਮਿਕ ਮਨੋਰਥ ਨੂੰ ਪ੍ਰਾਪਤ ਹੋਏ। ਜਿਹੜੇ ਅਗਿਆਨੀ ਉਹ ਅਗਿਆਨੀ ਰਹਿਣੇ, ਉਸ ਹਰ ਸਮੇਂ ਵਿੱਚ ਹੀ ਰਹਿੰਦੇ ਨੇ, ਕੋਈ ਨਵੀਂ ਗੱਲ ਥੋੜ੍ਹਾ ਹੈ। ਪਰ ਉਸ ਸਮੇਂ ਦੇ ਵਿੱਚ ਜ਼ਿਕਰ ਮਿਲਦਾ ਕਿ ਕਈ ਐਸੇ ਪੰਡਿਤ ਲੋਕ ਜਿਨ੍ਹਾਂ ਦੇ ਅੰਦਰੋਂ ਜਾਤ ਪਾਤ ਦਾ ਹੰਕਾਰ, ਹੋਰ ਸਭ ਕੁਝ ਵਿੱਦਿਆ ਦਾ ਹੰਕਾਰ ਜਾਂਦਾ ਰਿਹਾ, ਉਹ ਭਗਤ ਕਬੀਰ ਸਾਹਿਬ ਜੀ ਦੀ ਸੰਗਤ ਕਰਕੇ ਉਹਨਾਂ ਨੇ ਵੀ ਆਪਣੇ ਜੀਵਨ ਦੀ ਕਲਿਆਣਤਾ ਨੂੰ ਪ੍ਰਾਪਤ ਕੀਤਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਿਤ ਪਾੜੀ ਬਾਟ। ਇਸ ਕਰਕੇ ਜਿਹੜਾ ਇਸ ਮਾਰਗ ਦਾ ਉਲੰਘਣ ਕਰਦਾ ਹੈ ਉਹਦੇ ਅਨੁਸਾਰ ਇਹ ਨਹੀਂ, ਉਹਦੇ ਅਨੁਸਾਰ ਨਹੀਂ ਚੱਲਦੇ, ਉਹਦਾ ਤਿਰਸਕਾਰ ਕਰਦੇ ਹਨ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਹੁਣ 3 ਸਲੋਕਾਂ ਦੀ ਵਿਆਖਿਆ ਵੇਖੋ 3 ਦਿਨਾਂ 'ਚ ਪੂਰੀ ਹੋਈ ਹੈ।
ਜਿਹੜਾ 3 ਦਿਨਾਂ ਦੇ ਵਿੱਚ ਜੁੜਿਆ ਉਹਨੂੰ ਹੀ ਪਤਾ ਲੱਗੇਗਾ ਕਿ ਆਰੰਭ ਕੀ ਹੋਇਆ, ਮੱਧ ਕੀ ਸੀ, ਸੰਪੂਰਨਤਾ ਕੀ ਸੀ। ਔਰ ਫਿਰ ਵੀ ਸੰਖੇਪ ਜਿਹਾ ਆਪਦੇ ਸਨਮੁਖ ਅਰਜ਼ ਕਰ ਦੇਵਾਂ। ਭਗਤ ਕਬੀਰ ਸਾਹਿਬ ਜੀ ਨੇ ਅਧਿਆਤਮਿਕਤਾ ਦਾ ਨੁਕਤਾ ਸਮਝਾਉਂਦਿਆਂ ਕਿਹਾ ਸੀ ਕਿ ਮੂਰਤੀ ਪੂਜਾ ਆਦਿਕ ਦੇ ਕਰਮ, ਤੀਰਥਾਂ ਦਾ ਭ੍ਰਮਣ, ਜੇ ਇਹਨਾਂ ਦਾ ਮਨੁੱਖ ਕੋਲੋਂ ਗਿਆਨ ਨਹੀਂ ਹੈ ਤਾਂ ਇਹ ਕਰਮ ਕਿਸੇ ਅਰਥ ਨਹੀਂ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਜਗਤ ਇਸੇ ਗੱਲ ਵਿੱਚ ਭਰਮੀ ਜਾਂਦਾ ਹੈ ਕਿ ਜੋ ਵੀ ਪੂਜਾ ਦੇਖਾ ਦੇਖੀ, ਜੋ ਵੀ ਯਾਤਰਾ ਧਰਮਕ ਦੇਖਾ ਦੇਖੀ ਨੇ। ਇਸ ਕਰਕੇ ਕਰਦਾ ਕੀ ਹੈ ਕਿ ਜਿਸ ਪਰਮੇਸ਼ਰ ਦੇ ਪਰਮ ਰੂਪ ਦੀ ਪੂਜਾ ਕਰਨੀ ਹੈ ਉਹਦਾ ਛੋਟਾ ਰੂਪ ਬਣਾ ਕੇ ਅਗਿਆਨ ਵਿੱਚ ਭਟਕਦਾ ਰਹਿੰਦਾ ਹੈ ਅਤੇ ਕਰਮ ਕਾਂਡ ਦਾ ਬੋਝ ਆਪਣੇ ਗਲ ਪਾ ਲੈਂਦਾ ਹੈ। ਅਤੇ ਇਸ ਕਰਕੇ ਇਸ ਗੱਲ ਨੂੰ ਜਿਹੜੇ ਦ੍ਰਿੜ ਕਰਾਉਣ ਵਾਲੇ ਹਨ ਉਹ ਵੇਦਾਂ ਸ਼ਾਸਤਰਾਂ ਦੇ ਕਰਮ ਹਨ। ਜਿਹੜਾ ਇਹਨਾਂ ਤੋਂ ਥੋੜ੍ਹਾ ਪਾਰ ਜਾਏਗਾ ਉਹ ਅਸਲ ਅਧਿਆਤਮਿਕਤਾ ਦੇ ਭੇਦ ਨੂੰ ਬੁੱਝ ਕੇ ਅਤੇ ਆਪਣਾ ਜੀਵਨ ਸਫਲ ਕਰ ਰਹੇਗਾ। ਸਾਡੀ ਅਧਿਆਤਮਿਕਤਾ ਕਿੰਨੀ ਸੌਖੀ ਹੈ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਕਿ ਬਸ ਬੈਠੇ ਹਾਂ ਪ੍ਰਭੂ ਦੀ ਯਾਦ ਵਿੱਚ ਜੁੜੋ, 8 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤਾਂ ਇਸੇ ਪ੍ਰਕਾਰ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਕਿਹਾ ਨਾ ਕਿ ਬੁੱਤ ਪੂਜ ਪੂਜ ਹਿੰਦੂ ਮੂਏ, ਉਹ ਮੈਂ ਕਿਸੇ ਦਿਨ ਕਿਤੇ ਵਿਆਖਿਆ ਸੁਣ ਰਿਹਾ ਸਾਂ, ਉਹਨੇ ਅਰਥ ਬੜੇ ਨਿਮਨ ਕੀਤੇ, ਮੈਨੂੰ ਥੋੜ੍ਹੇ ਉਚਿਤ ਨਾ ਲੱਗੇ। ਉਹ ਕਹਿੰਦਾ ਮਰ ਗਏ, ਉੱਥੇ ਮੂਏ ਦਾ ਅਰਥ ਮਰ ਗਏ ਨਹੀਂ ਹੈ, ਉੱਥੇ ਮੂਏ ਦਾ ਅਰਥ ਹੈ ਕਿ ਜਿਹੜਾ ਅਸਲ ਗਿਆਨ ਦਾ ਭੇਦ ਪਾਉਣਾ ਸੀ, ਕਿਉਂਕਿ ਬੁੱਧ ਬੜੀ ਰੌਸ਼ਨ ਮਿਲੀ ਸੀ ਅਤੇ ਅਸਲ ਭੇਦ ਪਾਉਣਾ ਸੀ, ਉਸ ਪੂਜਾ ਦੇ ਵਿੱਚ ਪੈ ਕੇ ਬੁੱਧ ਦੇ ਅਧਿਆਤਮਿਕ ਖੋਜ ਵਾਲੇ ਸਿਲਸਿਲਿਆਂ ਨੂੰ ਬੰਦ ਕਰ ਲਿਆ। ਇਸ ਕਰਕੇ ਆਤਮਿਕ ਜੀਵਨ ਨੂੰ ਨਾ ਜਾਣਨ ਕਰਕੇ ਮਰ ਗਏ ਹਨ। ਉੱਥੇ ਆਮ ਮਰੇ ਦਾ ਅਰਥ ਨਹੀਂ ਹੈਗਾ ਉੱਥੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਡਤ ਪਾੜੀ ਬਾਟ। ਹੁਣ ਇਹ ਆਪ ਜੀ ਨੇ ਵਿਆਖਿਆ ਦੇ ਭਾਵ ਦ੍ਰਿੜ ਕੀਤੇ ਹਨ। ਇਸ ਨੂੰ ਸ਼ਰਵਣ ਕਰਨ ਤੋਂ ਬਾਅਦ ਵੀ ਜੇ ਕੋਈ ਮੂਰਤੀ ਪੂਜਾ ਦੇ ਕਰਮ ਕਾਂਡਾਂ ਦੇ ਕਰਮ ਦੀ ਗੱਲ ਕਰੇ ਤਾਂ ਫਿਰ ਕਿਹਾ ਜਾ ਸਕਦਾ ਕਿ ਇਹਨੇ ਵਿਚਾਰ ਸੁਣੀ ਜ਼ਰੂਰ ਹੈ, ਪਰ ਵਿਚਾਰ ਦੇ ਨਾਲ ਨਾ ਤਾਂ ਸਹਿਮਤ ਹੋਇਆ ਅਤੇ ਨਾ ਤਾਂ ਉਹਨੂੰ ਦ੍ਰਿੜੀ ਕੀਤਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ, ਕਿਉਂਕਿ ਅੱਜ ਸਿੱਖ ਵੀ ਆਕਾਰਾਂ ਦੀ ਪੂਜਾ ਕਰਦੇ ਨੇ ਤਾਂ ਇਹ ਗੱਲ ਕਹਿ ਰਿਹਾ। ਗੁਰੂ ਦਸਮ ਪਾਤਸ਼ਾਹ ਦੇ ਰੋਜ਼ ਸਵਈਏ ਪੜ੍ਹਦੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ। ਮਤਲਬ ਅਸੀਂ ਉਹਨਾਂ ਦੀ ਤਾਂ ਗੱਲ ਛੱਡ ਦਈਏ, ਆਪਣੇ 'ਤੇ ਕੇਂਦਰਿਤ ਹੋ ਜਾਈਏ। ਕਾਹੂ ਲੈ ਪਾਨ ਪੂਜ ਧਰਿਓ, ਲੈ ਸਰ ਕਾਹੂ ਲੈ ਲਿੰਗ ਗਰੇਲ ਟਖਾਇਓ, ਕਾਹੂ ਲਖਿਓ ਹਾਰ ਵਾਚੀ ਦਿਸਾ ਮੈਂ, ਕਾਹੂ ਪੁਸ਼ਾਹ ਕੋ ਸੀਸ ਨਿਵਾਇਓ, ਕੋਊ ਬੁਤਾਨ ਕੋ ਪੂਜਤ ਹੈ ਪਸ, ਕੋਊ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦਨ। ਇਸ ਕਰਕੇ ਤਾਂ ਕਹੀਦਾ ਨਾ ਥੋੜ੍ਹੀ ਵਿਚਾਰ ਕਰਦੇ ਰਹੋ। ਇਸ ਬਾਣੀ ਨੂੰ ਪੜ੍ਹਨ ਵਾਲੇ ਵੀ ਸਾਰੀ ਆਕਾਰਾਂ ਦੀ ਪੂਜਾ, ਮੱਟੀਆਂ ਪੂਜਦੇ ਨੇ, ਕਬਰਾਂ ਪੂਜਦੇ ਨੇ, ਰੱਬ ਜਾਣੇ ਕੀ ਮਨੋਰਥ ਹੈ। ਪਰ ਸਾਨੂੰ ਗੁਰੂ ਸ਼ਬਦ ਦੀ ਵਿਚਾਰ ਨੇ ਜੋ ਗਿਆਨ ਦ੍ਰਿੜ ਕਰਵਾਇਆ, ਜੇ ਉਹ ਸਾਡੇ ਜੀਵਨ ਦਾ ਅੰਗ ਬਣੇਗਾ ਤਾਂ ਫਿਰ ਵੱਡੀ ਪੂਜਾ ਕਰਨ ਦਾ ਆਨੰਦ ਹੀ ਵੱਖਰਾ ਹੈ। ਨਿੱਕੀਆਂ ਨਿੱਕੀਆਂ ਪੂਜਾ ਤਾਂ ਬੰਦਾ ਉਹ ਮਾਨਸਿਕ ਦੀ ਸੰਤੁਸ਼ਟੀ ਲਈ ਕਰਦਾ ਹੈ, ਜਿਹੜੀ ਅਸੀਮ ਪੂਜਾ ਹੈ ਉਸ ਨੂੰ ਕਰਕੇ ਮਨੁੱਖ ਦੀ ਬੜੀ ਵੱਡੀ ਆਨੰਦ ਦੀ ਅਵਸਥਾ ਬਣਦੀ ਹੈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਪਾਵਨ ਬਾਣੀ ਦੀ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ